ਜਨਮ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਇੱਕ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਬੇਨਤੀ ਕੀਤੀ ਹੈ ਸਰਦਾਰ ਰਣਦੀਪ ਸਿੰਘ ਸਰਾਏ ਉਹਨਾਂ ਨੂੰ, ਮੈਂਬਰ ਪਾਰਲੀਮੈਂਟ ਸਰੀ ਸੈਂਟਰ ਤੋਂ, ਕਿ ਸਾਡੇ ਨਾਲ ਆ ਕੇ ਕੁਝ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਕਰਨ। ਅਸੀਂ ਸਮੇਂ-ਸਮੇਂ ਦੇ ਉੱਤੇ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਬੁਲਾਉਂਦੇ ਰਹਿੰਦੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਤੁਹਾਡੇ ਬਹੁਤ ਸਾਰੇ ਸਵਾਲ ਹੁੰਦੇ ਆ ਜਿਨ੍ਹਾਂ ਦੇ ਉੱਤੇ ਅਸੀਂ ਉਹਨਾਂ ਤੋਂ ਅਪਡੇਟ ਲੈਂਦੇ ਹਾਂ ਵੀ ਇਸ ਵੇਲੇ ਕੀ ਹਾਲਤ ਆ। ਥੋੜ੍ਹਾ ਸਮਾਂ ਪਹਿਲਾਂ ਅਸੀਂ ਸੁਖ ਧਾਲੀਵਾਲ ਜੀ ਨਾਲ ਗੱਲਬਾਤ ਕੀਤੀ ਸੀ, ਉਹਨਾਂ ਕੋਲੋਂ ਬਹੁਤ ਕੁਛ ਅਸੀਂ ਪੁੱਛਿਆ ਸੀ, ਜਿਹੜੇ ਸਾਡੇ ਸਵਾਲ ਸੀ। ਸੋ ਅੱਜ ਅਸੀਂ ਸਰਦਾਰ ਰਣਦੀਪ ਸਿੰਘ ਸਰਾਏ ਉਹਨਾਂ ਕੋਲੋਂ ਕੁਛ ਗੱਲਾਂ ਦੇ ਉੱਤੇ ਜਾਣਕਾਰੀ ਲਵਾਂਗੇ, ਖਾਸ ਕਰ ਜਿਹੜੀ ਇਸ ਵੇਲੇ US ਦੇ ਨਾਲ ਰਿਲੇਸ਼ਨਸ ਆ ਉਹਦੇ ਉੱਤੇ। ਕੁਛ ਕੁ ਸਾਡੇ ਜਿਹੜੇ ਹੋਰ ਕੰਸਰਨ ਨੇ, ਵਿੱਚ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਆ ਕਿ ਗਰਮੀਆਂ ਦੇ ਵਿੱਚ, ਆਉਣ ਵਾਲੀਆਂ ਗਰਮੀਆਂ ਦੇ ਵਿੱਚ ਫੈਡਰਲ ਇਲੈਕਸ਼ਨ ਆ ਜਾਣੀ ਆ। ਲੋਕ ਕਿਤੇ ਕਿਤੇ ਇੱਦਾਂ ਦੀਆਂ ਗੱਲਾਂ ਸੁਣਦੇ ਆ, ਕੁਛ ਨੋਮੀਨੇਸ਼ਨਸ ਜਿਹੜੀਆਂ ਜਾਂ ਕੁਛ ਕੈਂਡੀਡੇਟਸ ਚੁਣੇ ਗਏ ਆ ਪਿਛਲੇ ਦਿਨਾਂ ਦੇ ਵਿੱਚ, ਇਹ ਵੀ ਖਬਰਾਂ ਆਈਆਂ। ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ। ਵੈਕਸੀਨ ਇਸ ਵੇਲੇ ਕਾਫੀ ਇਹਦੇ ਬਾਰੇ ਗੱਲਬਾਤ ਆ ਕਿ ਸਾਡੇ ਕੋਲੇ ਬੜੀ ਕਿਉਂ ਨਹੀਂ, ਕੈਨੇਡਾ ਦੇ ਵਿੱਚ ਕਿੱਥੋਂ ਆ ਰਹੀ ਆ, ਕਦੋਂ ਆ ਰਹੀ ਆ, ਕੀ ਅਸੀਂ ਔਨ ਟਰੈਕ ਆ, ਥੋੜ੍ਹਾ ਜਿਹਾ ਪਿੱਛੇ ਰਹਿ ਗਏ ਆ। ਇਕੋਨਮੀ ਹਮੇਸ਼ਾ ਹੀ ਸਾਡਾ ਜਿਹੜਾ ਇਹ ਕੰਸਰਨ ਰਹਿੰਦਾ। ਸੋ ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਪੋਲਿਸੀ ਬਾਰੇ ਕਿ ਹੁਣ ਜਦੋਂ ਕੋਵਿਡ ਖਤਮ ਹੋ ਜਾਂਦਾ, ਇਹਦੇ ਤੋਂ ਬਾਅਦ ਇਮੀਗ੍ਰੇਸ਼ਨ ਦਾ ਕੀ ਬਣਨਾ, ਇੰਡੀਆ ਤੋਂ ਆਉਣ ਵਾਲਿਆਂ ਦਾ ਕੀ ਬਣਨਾ, ਇਹਦੇ ਉੱਤੇ ਕੁਛ ਖਾਸ ਗੱਲਾਂ ਬਾਤਾਂ ਸਰਦਾਰ ਰਣਦੀਪ ਸਿੰਘ ਸਰਾਏ ਉਹਨਾਂ ਨਾਲ ਅਸੀਂ ਕਰਨੀਆਂ। ਸਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਥੈਂਕ ਯੂ ਐਂਡ ਆਲਵੇਜ਼ ਅ ਪਲੇਜ਼ਰ ਤੁਹਾਡੇ ਸ਼ੋਅ 'ਤੇ ਆਉਣ ਦਾ। ਸਰਾਏ ਸਾਹਿਬ, ਵੋਟਾਂ ਆ ਰਹੀਆਂ, ਕਹਿੰਦੇ ਕੀ ਮਾਹੌਲ ਆ ਜੀ, ਕਿ ਰੌਲਾ ਗੋਲਾ ਜਿਹਾ ਵੈਸੇ ਹੀ? ਦੇਖੋ, ਐਜ਼ ਏ ਗਵਰਨਮੈਂਟ, ਖਾਸ ਕਰਕੇ ਮਿਨੋਰਟੀ ਗਵਰਨਮੈਂਟ ਇਸ ਵੇਲੇ ਹੈਗੀ ਆ, ਸਾਨੂੰ ਆਲਵੇਜ਼ ਰੈਡੀ ਰਹਿਣਾ ਪੈਂਦਾ ਕਿ ਇਲੈਕਸ਼ਨ ਕਦੋਂ ਵੀ ਕਾਲ ਕੀਤੀ ਜਾ ਸਕਦੀ ਆ, ਕਿਉਂਕਿ ਮਿਨੋਰਟੀ ਹੈਗੀ ਆ। ਇਸ ਕਰਕੇ ਐਜ਼ ਏ ਪਾਰਟੀ, ਲਿਬਰਲ ਪਾਰਟੀ ਆਪਣੇ ਆਪ ਦੇ ਕੈਂਡੀਡੇਟਸ ਜਿਹੜੇ ਆਲਵੇਜ਼ ਤਿਆਰ ਰੱਖ ਰਹੀ ਆ, ਔਰ ਉਹਦੇ ਵਿੱਚ ਨੋਮੀਨੇਸ਼ਨ ਜਿਹੜਾ ਪ੍ਰੋਸੈਸ ਆ ਆਨ ਗੋਇੰਗ ਆ। ਪਰ ਜਿਨ੍ਹਾਂ ਦੀਆਂ ਇਨਕੰਬੈਂਟਸ ਆ, ਜਿਹੜੇ ਖਾਸ ਕਰਕੇ ਆ, ਉਹਨਾਂ ਦੀਆਂ ਨੋਮੀਨੇਸ਼ਨ ਇਸ ਵੇਲੇ ਹੋ ਰਹੀਆਂ, ਤਾਂ ਕਿ ਜੇ ਕਿਤੇ ਕਾਲ ਹੋਵੇ ਤਾਂ ਅਸੀਂ ਰੈਡੀ ਹੈਗੇ। ਵੈਸੇ ਅਸੀਂ ਕੋਈ ਇੰਟਰਸਟ ਨਹੀਂ ਲੈ ਰਿਹਾ ਕਿਉਂਕਿ ਇਸ ਵੇਲੇ ਕੋਵਿਡ ਹੈ। ਆਈ ਡੋਂਟ ਥਿੰਕ ਕੋਈ ਕੈਨੇਡੀਅਨਸ ਚਾਹੁੰਦੇ ਕਿ ਕੋਵਿਡ ਵੇਲੇ ਅਸੀਂ ਇਲੈਕਸ਼ਨ ਕਰੀਏ। ਸੋ ਜਿੰਨਾ ਚਿਰ ਕੋਵਿਡ ਔਰ ਲੋਕ ਵੈਕਸੀਨੇਸ਼ਨ ਨਹੀਂ ਥੋਰਲੀ ਹੋ ਰਹੀਆਂ, ਉਹਨਾਂ ਚਿਰ ਮੇਰਾ ਖਿਆਲ ਕੋਈ ਇਲੈਕਸ਼ਨ ਦੀ ਕਨਵਰਸੇਸ਼ਨ ਨਹੀਂ ਹੋਗੀ। ਪਰ ਅਗੇਨ ਹਰ ਇੱਕ ਨੂੰ ਆਪਣੀ ਪਾਰਟੀ ਦੇ ਆਪਣੀਆਂ ਸਟ੍ਰੈਟਜੀਜ਼ ਹੁੰਦੀਆਂ। ਸੋ ਪ੍ਰੀਪੇਅਰਡ ਰਹਿਣਾ ਕਿ ਤੁਸੀਂ ਤਿਆਰ ਆ, ਇਲੈਕਸ਼ਨ ਰੈਡੀ ਆ, ਉਹ ਚੀਜ਼ ਵਾਸਤੇ ਅਸੀਂ ਤਿਆਰ ਹੋ ਰਹੇ ਹਾਂ। ਅਤੇ ਵੈਸੇ ਕਿੱਦਾਂ ਜੀ, ਮਾਈਨੋਰਟੀ ਗਵਰਨਮੈਂਟ ਦੇ ਵਿੱਚ ਸਰਕਾਰ ਠੀਕ ਚੱਲ ਰਹੀ ਹੈ ਜਾਂ ਬਾਕੀ ਪਾਰਟੀਆਂ ਦੇ ਨਾਲ ਸਹਿਯੋਗ ਹੁਣ ਤੱਕ ਜਿਹੜਾ ਤਜਰਬਾ ਰਿਹਾ ਕਿੱਦਾਂ ਦਾ ਰਿਹਾ ਜੀ? ਸੋ ਫਾਰ ਪ੍ਰੀਟੀ ਗੁੱਡ ਰਿਹਾ। ਦੇਖੋ, ਕੋਵਿਡ ਵੇਲੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਤਕਰੀਬਨ ਫॉर द ਮੋਸਟ ਪਾਰਟ ਮੋਸਟ ਬਿੱਲ ਪਾਸ ਕੀਤੇ ਆ। ਕਈ ਬਿੱਲ ਇੱਕ ਅੱਧੀ ਪਾਰਟੀ ਨੇ ਕੀਤੀ ਨਾਲ ਸਪੋਰਟ, ਬਟ ਜਨਰਲੀ ਸਾਰਿਆਂ ਦੀ ਕੰਸੈਂਸਸ ਸੀਗੀ ਕਿ ਅਸੀਂ ਜਲਦੀ ਤੋਂ ਜਲਦੀ ਗਵਰਨਮੈਂਟ ਨੂੰ ਸਪੋਰਟ ਕਰਕੇ ਲੋਕਾਂ ਤੱਕ ਉਹਨਾਂ ਦੀ ਜਿਹੜੀ ਹੈਲਪ ਆ, ਉਹਨਾਂ ਦੇ ਫਾਈਨੈਂਸ਼ੀਅਲ ਸਪੋਰਟ ਆ, ਉਹ ਦਿੱਤੀਆਂ ਜਾਣ। ਸੋ ਉਹਦੇ ਵਿੱਚ ਅਸੀਂ ਕਾਫੀ ਕਾਮਯਾਬ ਰਹੇ। ਪਰ ਆਲਵੇਜ਼ ਹਿਲਜੁਲ ਰਹਿੰਦੀ ਆ। ਸਾਡੇ ਕੋਲ ਕੰਸਰਵੇਟਿਵ ਜਨਰਲੀ ਅਪੋਜ਼ਡ ਹੁੰਦੇ ਆ। ਬਲਾਕ ਕਬੈਕਵਾ ਦਾ ਆਪਣਾ ਏਜੰਡਾ ਕਿ ਜੇ ਉਹਨਾਂ ਦਾ ਕਬੈਕ ਵਾਲੇ ਸੂਤ ਆ ਤਾਂ ਉਹ ਵੋਟ ਪਾਉਂਦੇ ਆ, ਨਹੀਂ ਤਾਂ ਉਹ ਨਹੀਂ ਪਾਉਂਦੇ। ਸੋ NDP ਜਨਰਲੀ ਸਪੋਰਟਿਵ ਹੋਈ ਆ, ਪਰ ਟਾਈਮ ਵਿਲ ਟੈਲ ਆਲਵੇਜ਼ ਇਸ ਇਸ਼ੂ। ਲਾਸਟ ਮਿੰਟ ਤੱਕ ਤੁਹਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਵੋਟ ਕਿੱਧਰ ਪੈਣੀ। ਸੋ ਇਸ ਕਰਕੇ ਮਿਨੋਰਟੀ ਗਵਰਨਮੈਂਟ ਦੇ ਵਿੱਚ ਕਈ ਵਾਰੀ ਜੇ ਤੁਹਾਡੇ 2-4 MP ਨਾ ਪਹੁੰਚੇ ਹੋਣ ਜਾਂ ਦੂਸਰੇ ਦੇ ਵੱਧ ਪਹੁੰਚ ਗਏ, ਉਹਨੇ ਭੁਲੇਖੇ ਦੇ ਨਾਲ ਹੀ ਕਈ ਵਾਰੀ ਗਵਰਨਮੈਂਟ ਡਿੱਗ ਸਕਦੀ ਹੈ। ਸੋ ਇਸ ਕਰਕੇ ਸੋ ਫਾਰ ਸੋ ਗੁੱਡ ਰਿਹਾ। ਪਰ ਆਈ ਥਿੰਕ ਪੈਂਡੈਮਿਕ ਤੋਂ ਬਾਅਦ ਸ਼ਾਇਦ ਥਿੰਗਸ ਚੇਂਜ ਹੋ ਜਾਣ। ਅਤੇ ਲਿਬਰਲ ਪਾਰਟੀ ਆਪਣੇ ਆਪ ਦੇ ਵਿੱਚ ਕਿੱਦਾਂ ਜੀ? ਇੰਟਰਨਲੀ ਸਾਰਾ ਕੁਛ ਵਧੀਆ ਚੱਲ ਰਿਹਾ? ਕੁਛ ਤੁਹਾਡੇ ਮੈਂਬਰ ਪਾਰਲੀਮੈਂਟ ਰਿਜ਼ਾਈਨ ਕਰ ਗਏ, ਕੁਛ ਕੱਢ ਦਿੱਤੇ ਗਏ, ਇੱਦਾਂ ਦੀਆਂ ਗੱਲਾਂ ਬਾਤਾਂ ਵੀ ਆ ਰਹੀਆਂ। ਸ਼ੋਰ। ਸੋ ਜਨਰਲੀ ਅਸੀਂ ਕਾਫੀ ਸਟਰੋਂਗ ਹੈਗੇ ਆ। ਜਿਹੜੇ ਸਾਡੇ ਨਵਦੀਪ ਸਿੰਘ ਬੈਂਸ ਮਿਨਿਸਟਰ ਸੀਗੇ, ਉਹਨੇ ਆਪਣੀ ਫੈਮਿਲੀ ਨੂੰ ਥੋੜ੍ਹਾ ਲਾਈਫ ਸਾਈਕਲ ਚੇਂਜ 17 ਸਾਲ ਬਾਅਦ ਉਹਨੇ ਡਿਸਾਈਡ ਕੀਤਾ ਕਿ ਉਹ ਪ੍ਰਾਈਵੇਟ ਸੈਕਟਰ ਜਾਂ ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰਨ ਵਾਸਤੇ ਉਹਨੇ ਬੈਕ ਸੀਟ ਲਈ ਹੈ। ਕੈਬਨਿਟ ਤੋਂ ਛੁੱਟੀ ਲੈ ਲਈ। MP ਅਜੇ ਹੈਗੇ, ਟਰਮ ਆਪਣੀ ਪੂਰੀ ਸਰਵ ਕਰਨਗੇ। ਸੋ ਅਦਰਵਾਈਜ਼ ਬਹੁਤ ਗੁੱਡ। ਸਾਡੇ ਤਕਰੀਬਨ 45 ਮੇਰੇ ਕੋਲ ਹੁਣ 90 ਦੇ ਤੌਰ 'ਤੇ ਆਈ ਥਿੰਕ ਲਾਗੇ ਛਾਗੇ ਨੋਮੀਨੇਸ਼ਨਾਂ ਹੋ ਚੁੱਕੀਆਂ। ਸੋ ਲੋਕ MP ਜਿਹੜੇ ਜਿੰਨੇ ਵੀ ਹੈਗੇ ਰੈਡੀ ਹੈਗੇ ਆ। ਜੇ ਤੁਸੀਂ ਅਲੂਡ ਕਰਦੇ ਕਿ ਜਿਹੜੇ ਅੱਜ ਰਮੇਸ਼ ਸੰਘਾ ਹੋਣਾ ਦੀ ਐਕਸਕਲੂਸ਼ਨ ਕੀਤੀ ਗਈ ਆ, ਜਦੋਂ ਉਹ ਗਲਤ ਬਿਆਨ, ਝੂਠੇ ਬਿਆਨ ਬਾਹਰ ਜਾ ਕੇ ਜ਼ਾਹਰ ਕਰਦੇ ਸੀ, ਉਹਨਾਂ ਨੂੰ ਅੱਗੇ ਵੀ 1-2 ਵਾਰੀ ਉਹਨੇ 2019 ਦੀ ਇਲੈਕਸ਼ਨ 'ਚ ਵੀ ਕੀਤਾ ਸੀਗਾ, ਤਾਂ ਉਹਨਾਂ ਨੂੰ ਉਹ ਦੱਸਿਆ ਸੀ ਕਿ ਬੇਸਲੈਸ ਜਦੋਂ ਕਲੇਮ ਤੁਸੀਂ ਕਰਦੇ ਗਲਤ ਆ। ਔਰ ਉਹ ਨਹੀਂ ਸੁਣੀ ਤਾਂ ਪਾਰਟੀ ਨੇ ਫਿਰ ਡਿਸੀਜਨ
ਡਿਸੀਜਨ ਮੇਕ ਕਰਕੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਕਾਕਸ ਦੇ ਵਿੱਚੋਂ ਕੱਢ ਦਿੱਤਾ। ਅਦਰਵਾਈਜ਼ ਕਾਕਸ ਦੇ ਵਿੱਚ ਮਾਹੌਲ ਬਹੁਤ ਸਟਰੋਂਗ ਆ, ਆਲਮੋਸਟ ਸਾਰੇ ਦੁਆਰਾ ਰਨ ਕਰ ਰਿਹਾ। BC ਦੇ ਵਿੱਚ ਮੇਰੀ ਅੰਡਰਸਟੈਂਡਿੰਗ ਦੇ ਮੁਤਾਬਕ ਸਾਰੇ MP ਸਾਰੇ ਮਿਨਿਸਟਰ ਜਿੰਨੇ ਵੀ ਹੈਗੇ ਸਾਰਾ ਦੁਆਰਾ ਇਲੈਕਸ਼ਨ ਲਈ ਤਿਆਰ ਹੈਗੇ ਆ। ਸੋ ਜਿਹੜਾ ਐਟਮੋਸਫੀਅਰ ਜਾਂ ਕਹਿ ਲਓ ਮੋਰਲ ਆ ਉਹ ਬਹੁਤ ਸਟਰੋਂਗ ਹੈ, ਬਹੁਤ ਗੁੱਡ ਹੈ। ਔਰ ਫੀਡਬੈਕ ਪਬਲਿਕ ਤੋਂ ਵੀ ਸਾਨੂੰ ਕਾਫੀ ਪੋਜ਼ਿਟਿਵ ਆ। ਲੋਕ ਜਿੰਨੇ ਸਪੋਰਟਿਵ ਮੈਜਰਸ, ਚਾਹੇ ਉਹ ਸਰਬ ਸੀਗਾ, ਵੇਜ ਸਬਸਿਡੀ ਸੀ, ਰੈਂਟ ਸਬਸਿਡੀ ਸੀ, ਬਿਜ਼ਨਸ ਨੂੰ ਲੋਨ ਮੈਕੈਨਿਜ਼ਮ, ਚਾਹੇ ਵੈਕਸੀਨੇਸ਼ਨ ਦਾ ਵੀ 9 ਡੋਸਿਸ ਪਰ ਪਰਸਨ ਅਸੀਂ ਪ੍ਰੋਕਿਊਰ ਕੀਤੇ ਆ ਕੈਨੇਡਾ ਵਰਲਡ ਦੇ ਵਿੱਚੋਂ ਸਭ ਤੋਂ ਹਾਈਐਸਟ। ਇੱਦਾਂ ਦੇ ਮੈਜਰਸ ਉੱਦਾਂ ਵੀ ਗਲੋਬਲ ਇਨਫੈਕਸ਼ਨ ਰੇਟ ਐਂਡ ਰਿਕਵਰੀ ਰੇਟ ਸਾਡੇ ਦੋਨਾਂ ਦੇ ਵਿੱਚ ਅਸੀਂ ਸਕਸੈਸਫੁਲ ਆ। ਸੋ ਆਈ ਥਿੰਕ ਮਾਹੌਲ ਕਾਫੀ ਪੋਜ਼ਿਟਿਵ ਹੈਗਾ। ਤੇ ਜਿਹੜੀ ਫਾਈਨੈਂਸ਼ੀਅਲ ਸਪੋਰਟ ਸੀਗੀ ਲੋਕਾਂ ਨੂੰ, ਉਹਦਾ ਮਤਲਬ ਬਜਟ ਦੇ ਵਿੱਚੋਂ ਸਾਰਾ ਕੁਝ ਅਜੇ ਤੱਕ ਠੀਕ ਠਾਕ ਆ ਵੀ ਜਿੰਨਾ ਪੈਸਾ ਵੰਡਿਆ ਗਿਆ ਇਹ ਕਿਸੇ ਤਰ੍ਹਾਂ ਬੈਲੈਂਸ ਹੋ ਜਾਊਗਾ ਕਿਸੇ ਪਾਸੇ? ਦੇਖੋ ਰਾਈਟ ਨਾਓ ਸਾਡੀ ਜੌਬ ਹੈਗੀ ਕਿ ਸਾਡੇ ਕੈਨੇਡੀਅਨਸ ਜਦੋਂ ਕੋਵਿਡ ਹੋਇਆ 3 ਚੋਇਸਾਂ ਸੀਗੀਆਂ। ਸੋ ਅਸੀਂ ਜਾਂ ਤਾਂ ਲੋਕ ਆਪਣੇ ਆਪ ਦੇ ਕ੍ਰੈਡਿਟ ਕਾਰਡਾਂ 'ਤੇ ਪੈਸੇ ਚੱਕ ਕੇ ਆਪਣਾ ਗੁਜ਼ਾਰਾ ਕਰਦੇ, ਜਿਨ੍ਹਾਂ ਕੋਲ ਘਰ ਹੈਗਾ ਉਹ ਸ਼ਾਇਦ ਘਰ ਦੀ ਲਾਈਨ ਆਫ ਕ੍ਰੈਡਿਟ ਜਾਂ ਉਹ ਤੋਂ ਚੱਕ ਸਕਦੇ ਸੀਗੇ ਪੈਸੇ। ਸੋ ਚਾਹੇ ਉਹ 20% ਕ੍ਰੈਡਿਟ ਕਾਰਡ 'ਤੇ ਚੱਕਣ, ਚਾਹੇ 3-4% ਜਾਂ 5-6% ਲਾਈਨ ਆਫ ਕ੍ਰੈਡਿਟ 'ਤੇ ਕਰਨ। ਇਹ ਸੀ ਉਹਨਾਂ ਦੇ ਦੋ ਆਪਸ਼ਨਸ। ਅਤੇ ਗਵਰਨਮੈਂਟ ਨੂੰ ਐਜ਼ ਏ ਕਲੈਕਟਿਵ ਸਾਨੂੰ ਬਹੁਤ ਰੇਟ ਬੈਠ ਰਿਹਾ, ਆਲਮੋਸਟ 0.5% 'ਤੇ ਅਸੀਂ 30 ਸਾਲ ਦੇ ਅਸੀਂ ਬੋਰੋ ਕਰ ਸਕਦੇ ਪੈਸੇ ਜਿਹੜੇ। ਸੋ ਇਹ ਡਿਸੀਜਨ ਕੀਤੀ ਗਈ ਵੀ ਕੈਨੇਡੀਅਨਸ ਨੇ ਵਨ ਵੇ ਔਰ ਅਨਦਰ ਸਾਰਿਆਂ ਨੇ ਕਿਤੇ ਨਾ ਕਿਤੋਂ ਪੈਸੇ ਬੋਰੋ ਕਰਕੇ ਸਰਵਾਈਵਲ ਕਰਨਾ ਪੈਣਾ ਸੀਗਾ। ਸੋ ਬੈਸਟ ਜਿਹੜਾ ਹੈਗਾ ਕਿ ਕਲੈਕਟਿਵਲੀ ਗਵਰਨਮੈਂਟ ਜਿਹਦੀ ਬੋਰੋਇੰਗ ਪਾਵਰ ਹਾਈਐਸਟ ਆ ਉਹ ਬੋਰੋ ਕਰੇ ਤਾਂ ਇੰਜੈਕਟ ਕਰੋ। ਤਾਂ ਉਹਨਾਂ ਇੱਕ ਤਾਂ ਐਂਗਜ਼ਾਇਟੀ ਜਦੋਂ ਲੋ ਹੁੰਦੀ ਲੋਕ ਕੰਫਰਟੇਬਲ ਠੀਕ ਹੁੰਦੇ, ਪ੍ਰੋਡਕਟਿਵਿਟੀ ਵੀ ਵੱਧਦਿਆ, ਬਿਜ਼ਨਸ ਵੀ ਖੁਸ਼ਹਾਲ ਰਹਿੰਦੇ। ਤਾਂ ਆਪਣੇ ਬੈਂਕਰਪਸੀਆਂ ਵੀ ਬਹੁਤ ਥੋੜ੍ਹੇ ਲੈਵਲ ਦੀਆਂ ਹੋਈਆਂ। US ਦੇ ਵਿੱਚ ਇਸ ਵੇਲੇ 8.5 ਮਿਲੀਅਨ ਲੋਕਾਂ ਨੂੰ ਐਵਿਕਸ਼ਨ ਨੋਟਿਸ ਦਿੱਤੇ ਜਾ ਰਹੇ ਆ ਜਿਹਨੀ ਜਨਵਰੀ 1 ਤੋਂ ਬਾਅਦ ਐਵਿਕਟ ਕੀਤੀ। ਸਾਡੇ ਉਹ ਟਾਈਪ ਆਫ ਪ੍ਰੋਬਲਮ ਨਹੀਂ ਪੈਂਡੈਮਿਕ ਦੇ ਵਿੱਚ ਪਈ। ਲੋਕਾਂ ਦੀਆਂ ਜੌਬਸ, ਅਨਐਮਪਲੋਇਮੈਂਟ ਰੇਟ ਵਧਿਆ ਪਰ ਮੁੜ ਕੇ ਫੇਰ ਕਾਫੀ ਘਟ ਗਿਆ, ਆਲਮੋਸਟ ਉਸ ਲੈਵਲ ਤੱਕ ਆਉਣ ਵਾਲਾ ਹੀ ਹੈਗਾ। ਸਾਡੀ ਕੰਸਰਨ ਮੇਨ ਉਹਨਾਂ ਵਾਸਤੇ ਆ ਕਿ ਉਹ ਜਿਹੜੇ 6 ਲੱਖ ਵਿਅਕਤੀ ਜਿਹੜੇ ਹਜੇ ਨਹੀਂ ਮੁੜ ਕੇ ਆਏ ਉਹਨਾਂ ਨੂੰ ਜੌਬਸ ਮੁੜ ਕੇ ਲਿਆ ਕੇ ਤਾਂ ਲੋਐਸਟ ਅਨਐਮਪਲੋਇਮੈਂਟ ਰੇਟ ਜਿਹੜਾ ਅੱਗੇ ਰੈਕਡ ਦਾ ਸੀਗਾ ਉੱਥੇ ਤੱਕ ਮੁੜ ਕੇ ਅਸੀਂ ਲਿਆਈਏ। ਤੇ ਸਰਾਜ ਸਾਹਿਬ ਜਿਹੜੇ ਕੁਝ ਬੰਦਿਆਂ ਨੂੰ ਗਲਤ ਮਿਲ ਗਈ ਸੀ ਉਹਦਾ ਕੀ ਬਣਿਆ ਜੀ? ਦੇਖੋ ਜਿਨ੍ਹਾਂ ਨੂੰ ਗਲਤ ਮਿਲੀ ਉਹਨਾਂ ਨੂੰ ਅਸੀਂ ਲਾਸਟ ਈਅਰ ਤਾਂ ਨਹੀਂ ਕੋਈ ਕਿਸੇ ਨੇ ਹਰਾਸ ਕੀਤਾ ਕਿਉਂਕਿ ਵਾਰਨਿੰਗ ਦਿੱਤੀ ਗਈ ਸੀ। ਉਹ 'ਚੋਂ ਕਈ ਲੱਖਾਂ ਦੇ ਹਿਸਾਬ ਦੇ ਨਾਲ ਮੁੜ ਦਿੱਤਾ ਸੀਗਾ, ਕਈਆਂ ਨੇ ਗਲਤੀ ਨਾਲ ਲੈ ਲਿਆ ਸੀਗਾ। ਜਿਹੜੇ ਬਾਕੀ ਆ ਉਹਨਾਂ ਦੀ ਕਾਨੂੰਨੀ ਕਾਰਵਾਈ ਆ ਉਹ ਪੈਂਡੈਮਿਕ ਤੋਂ ਬਾਅਦ ਹੀ ਸ਼ੁਰੂ ਹੋ ਗਈ। ਸੋ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਅਸੀਂ ਕਲੈਕਸ਼ਨ ਨਹੀਂ ਕਰਨੀ ਕਿਸੇ ਦੇ ਉੱਤੇ ਜਿੰਨਾ ਚਿਰ ਕੋਵਿਡ ਚੱਲ ਰਿਹਾ, ਉਹ ਬਾਅਦ ਦੇ ਵਿੱਚ ਕੀਤਾ ਜਾਊਗਾ। ਪਰ ਜਿਹੜਾ ਵੀ ਇਲੀਗਲੀ ਜਾਂ ਝੂਠ ਬੋਲ ਕੇ ਜਾਂ ਗਲਤ ਲੈ ਕੇ ਲਊਗਾ ਉਹਨੂੰ ਵਾਪਸ ਕਰਨਾ ਪਊਗਾ, ਉੱਤੇ ਕਾਰਵਾਈ ਵੀ ਕੀਤੀ ਜਾਊਗੀ। ਜਿਹੜਾ ਕੋਈ ਭੋਲਾ ਜਾਂ ਗਲਤੀ ਦੇ ਨਾਲ ਆ ਉਹ ਤੇ ਆਸ ਹੈ ਕਿ ਉੱਤੇ ਨਹੀਂ ਕੋਈ ਪਿਊਨਿਟਿਵ ਮੈਜਰਸ ਹੋਣਗੇ, ਉਹ ਉੱਦਾਂ ਮੋੜ ਦੇਵੇ। ਉਹ ਜਿੱਦਾਂ ਕਿਸੇ ਨੂੰ ਰੀਅਲਾਈਜ਼ ਹੁੰਦਾ ਉਹਨਾਂ ਨੂੰ ਆਪਸ਼ਨ ਦਿੱਤਾ ਜਾ ਰਿਹਾ। ਅਮਰੀਕਾ ਦੇ ਨਾਲ ਹੁਣ ਸਾਡੇ ਰਿਲੇਸ਼ਨ ਕਿੱਦਾਂ ਜੀ ਉੱਥੇ ਦੀ ਇਲੈਕਸ਼ਨ ਤੋਂ ਬਾਅਦ, ਜਾਂ ਉਹਦਾ ਕੋਈ ਚੇਂਜ, ਉਹਦੇ 'ਚ ਬਦਲਾਅ, ਪੋਜ਼ੀਟਿਵ ਨੈਗੇਟਿਵ ਕੁਝ ਦੇਖ ਰਹੇ ਜੀ? ਦੇਖੋ ਜਦੋਂ ਵੀ ਕੋਈ ਸਰਕਾਰ ਹੁੰਦੀ ਉਹਨੇ ਆਪਣਾ ਸੋਚਣਾ ਹੁੰਦਾ। ਸੋ US ਚਾਹੇ ਉਹ ਟਰੰਪ ਸੀਗੇ ਚਾਹੇ ਉਹ ਬਾਈਡਨ ਹੈਗੇ ਆ, ਉਹਨਾਂ ਦੀ ਆਪ ਦੀ ਉਹਨੇ ਆਪਣਾ ਇੰਟਰਸਟ ਪ੍ਰੋਟੈਕਟ ਕਰਨਾ। ਬਾਈਡਨ ਹੋਣ ਨਾਲ ਇਹ ਫਰਕ ਬਹੁਤ ਹੈ ਕਿ ਰਿਲੇਸ਼ਨਸ਼ਿਪ ਬਹੁਤ ਮੋਰ ਪ੍ਰੈਡਿਕਟੇਬਲ ਆ, ਮੋਰ ਬੈਲੈਂਸਡ ਆ, ਮੋਰ ਰੈਗੂਲੇਟਡ ਕਹਿ ਲਓ ਹੈਗਾ। ਜਿਹੜੇ ਲਾਜ਼ ਅਤੇ ਇੰਟਰਨੈਸ਼ਨਲ ਡਿਕੋਰਮਸ ਹੈਗੇ ਆ, WTO ਦੇ ਜਾਂ NAFTA ਦੇ ਜਿਹੜੇ ਲਾਜ਼ ਐਂਡ ਰੂਲਸ ਆ ਟ੍ਰੇਡ ਦੇ, ਉਹ ਲਾਗੂ ਹੋਣ ਅਤੇ ਇੰਪਲੀਮੈਂਟ ਹੋਣ ਲਈ ਬਹੁਤ ਸਖਾਲਾ, ਉਹ ਰੈਸ਼ਨਲ ਕਾਫੀ ਹੈਗੇ ਆ। ਜਦੋਂ ਟਰੰਪ ਸਾਹਿਬ ਦੇ ਨਾਲ ਇਰਰੈਸ਼ਨਲ ਬਹੁਤ ਸੀ, ਨਗੋਸ਼ੀਏਟਰ ਕੁਛ ਹੋਰ ਕਹਿੰਦੇ ਹੁੰਦੇ ਸੀ, ਉਹ ਟਵੀਟ ਕੁਛ ਹੋਰ ਕਰ ਦਿੰਦੇ ਸੀਗੇ। ਉਹ ਕਈ ਵਾਰੀ ਨੈਸ਼ਨਲ ਸਿਕਿਉਰਿਟੀ ਮੈਜਰਸ ਨੂੰ ਲੈ ਕੇ ਸਾਡਾ ਸਟੀਲ ਬੰਦ ਕਰ ਦਿੰਦੇ ਸੀ ਜਾਂ ਅਲੂਮੀਨੀਅਮ, ਜਿਹਦਾ ਕੋਈ ਉਹਦਾ ਦੇਣਾ ਲੈਣਾ ਨਹੀਂ ਹੈਗਾ ਨੈਸ਼ਨਲ ਸਿਕਿਉਰਿਟੀ ਦਾ, ਬਾਅਦ ਦੇ ਵਿੱਚ ਚੱਕ ਦਿੰਦੇ ਸੀ। ਮਤਲਬ ਇਰਰੈਸ਼ਨਲ ਬਹੁਤ ਸੀਗਾ। ਸੋ ਆਸ ਕਰਦੇ ਕਿ ਪ੍ਰੈਜ਼ੀਡੈਂਟ ਬਾਈਡਨ ਦੇ ਗਵਰਨਮੈਂਟ ਦੇ ਨਾਲ ਅਸੀਂ ਮੋਰ ਐਕੁਇਟੇਬਲ, ਫੇਅਰ, ਰੈਗੂਲੇਟਡ ਡਿਪਲੋਮੈਟਿਕ ਟ੍ਰੇਡ ਐਂਡ ਨੈਗੋਸ਼ੀਏਸ਼ਨਸ ਕਰ ਸਕੀਏ। ਸੋ ਇਹ ਸ਼ੋਅ ਹੋ ਰਿਹਾ ਕਿ ਸਭ ਤੋਂ ਪਹਿਲਾ ਕਾਲ ਉਹਨੇ ਕਿਹਾ ਸੀ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਤੋਂ ਐਕਸੈਪਟ ਕੀਤਾ। ਇਹ ਸ਼ੋਅ ਕਰਦਾ ਕਿ ਸਾਡਾ ਰਿਲੇਸ਼ਨਸ਼ਿਪ ਬਹੁਤ ਸਟਰੋਂਗ ਹੈ ਔਰ ਅਸੀਂ ਟਰੰਪ ਨਾਲ ਵੀ ਵਧੀਆ ਰੱਖਿਆ, ਪਰ ਉਹ ਅਨਪ੍ਰੈਡਿਕਟੇਬਲ ਕਾਫੀ ਸੀਗੇ। ਸਾਡਾ ਆਲਵੇਜ਼ ਗੋਲ ਹੈ ਕਿ ਕੈਨੇਡਾ ਦੇ ਇੰਟਰਸਟ ਬੈਸਟ ਮੇਨਟੇਨ ਕੀਤੇ ਜਾਣਗੇ। ਸੋ ਇਸ ਵੇਲੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਸੇਮ ਹੀ ਫਿਲਾਸਫੀ ਕੀਤੀ ਜਾਊਗੀ। ਤੇ ਜਿਹੜਾ ਇੱਕ ਪਾਈਪਲਾਈਨ ਦਾ ਰੌਲਾ ਰੱਪਾ ਪਿਆ ਜੀ, ਉਹਦੇ ਤੇ ਕੋਈ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਹੁਣ ਕੋਈ ਅਪਡੇਟ ਹੈ? ਉਹਦੀ ਕੋਈ ਆਸ ਲੱਗਦੀ ਹੈ ਵੀ ਉਹ ਰੀਥਿੰਕ ਕਰਨਗੇ?
ਦੇਖੋ ਕਾਫੀ ਡਿਫਿਕਲਟ ਹੈਗਾ ਉਹ ਅਨਫੋਰਚੂਨਟਲੀ ਪਹਿਲਾਂ ਓਬਾਮਾ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ, ਟਰੰਪ ਨੇ ਯੈਸ ਕਰ ਦਿੱਤੀ ਸੀਗੀ, ਹੁਣ ਫਿਰ ਬਾਈਡਨ ਨੇ ਬੰਦ ਕਰਤੀ। ਉਹ ਉਹਨਾਂ ਦੇ ਆਪ ਦੇ ਪੋਲੀਟੀਕਲ ਜਾਂ ਇਕਨੋਮਿਕ ਰੀਜ਼ਨਸ ਹੈਗੇ ਜਿਹਦੇ ਕਾਰਨ ਉਹ ਕਰਦੇ ਜਾਂ ਨਹੀਂ ਕਰਦੇ। ਅਸੀਂ ਉੱਤੇ ਪੁਸ਼ ਹੀ ਕਰ ਸਕਦੇ ਹਾਂ, ਅਸੀਂ ਔਰ ਕਰਾਂਗੇ ਵੀ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਲਬਰਟਾ ਦਾ ਜਿਹੜਾ ਤੇ ਸਸਕੈਚੁਅਨ ਦਾ ਕਰੂਡ ਆਇਲ ਆ ਉਹ ਪਹੁੰਚੇ ਉਸ ਮਾਰਕੀਟ ਤੱਕ। ਪਰ ਅਗੇਨ ਉਹਨਾਂ ਦੇ ਆਪ ਦੇ ਪੋਲੀਟੀਕਲ ਮੈਜਰਸ ਹੈ। ਸੋ ਪ੍ਰਾਈਮ ਮਿਨਿਸਟਰ ਨੇ ਪਹਿਲੇ ਕਾਲ ਦੇ ਉੱਤੇ ਵੀ ਇਹ ਜ਼ਾਹਰ ਕੀਤਾ ਕਿ ਇਹ ਅਸੀਂ ਕਾਫੀ ਅਪਸੈਟ ਹੈ ਇਸ ਗੱਲ ਦੇ ਉੱਤੇ ਔਰ ਇਹਨੂੰ ਰੀਥਿੰਕ ਕੀਤਾ ਜਾਵੇ। ਪਰ ਉਹਦਾ ਵੀ ਕਲਾਈਮੇਟ ਚੇਂਜ ਏਜੰਡਾ ਹੈਗਾ ਉੱਥੇ, ਜਿਹਦੇ ਨਾਲ ਉਹ ਪ੍ਰੈਜ਼ੀਡੈਂਟ ਬਾਈਡਨ ਆਪਣੀਆਂ ਫਿਲਾਸਫੀਆਂ ਬਣਾ ਰਿਹਾ। ਸੋ ਅਗੇਨ ਪਰ ਐਕਚੁਅਲੀ ਲੋਟ ਆਫ ਇਟ ਉਹਨਾਂ ਦਾ ਇਕਨੋਮਿਕ ਵੀ ਹੁੰਦਾ। ਜੇ ਉਹਨਾਂ ਨੂੰ ਕਾਫੀ ਸ਼ੈਲੋ ਆਇਲ ਉੱਥੇ ਟੈਕਸਿਸ ਵਗੈਰਾ 'ਚ ਮਿਲ ਗਿਆ, ਉਹ ਫਿਰ ਨਹੀਂ ਉਦੋਂ ਇੱਧਰਲੋਂ ਪਾਈਪਲਾਈਨ ਤੱਕ ਕੰਪੀਟੀਸ਼ਨ ਹੁੰਦਾ ਉਹਨਾਂ ਨੂੰ। ਸੋ ਉਹਨਾਂ ਦੇ ਕਈ ਡੋਮੈਸਟਿਕ ਕਾਰਨ ਹੈਗੇ ਆ, ਪਰ ਅਸੀਂ ਉੱਤੇ ਫਾਈਟ ਕਰਾਂਗੇ। ਆਈ ਥਿੰਕ ਦੂਸਰਾ ਮੇਨ ਸੀਗਾ ਕਿ ਬਾਏ ਅਮੈਰੀਕਨ ਜਿਹੜਾ ਉਹਨਾਂ ਦੀ ਇੱਕ ਪਾਲਿਸੀ ਬਾਈਡਨ ਦੀ ਆ ਵੀ ਉਹਦੇ ਵਿੱਚ ਕੈਨੇਡਾ ਐਕਸਕਲੂਡ ਹੋਵੇ, ਮਤਲਬ ਐਕਸਕਲੂਜਨ ਨਾ ਹੋਵੇ, ਇਨਕਲੂਡ ਹੋਵੇ, ਤਾਂ ਕਿ ਸਾਡੇ ਕਾਫੀ ਜਿਹੜੀ ਸਪਲਾਈ ਚੇਨਸ ਹੈਗੀਆਂ ਪ੍ਰੋਕਿਉਰਮੈਂਟ ਵਾਸਤੇ, ਉਹ ਸਿਰਫ ਪ੍ਰੋਕਿਉਰਮੈਂਟ ਵਾਸਤੇ, ਮਤਲਬ ਸਰਕਾਰੀ ਜਦੋਂ ਕੋਈ ਬਿਲਡਿੰਗ ਬਣਦੀ ਜਾਂ ਸਰਕਾਰ ਨੇ ਪਰਚੇਸ ਕਰਨਾ ਉਹਦੇ ਵਾਸਤੇ ਉਹ ਚੀਜ਼ ਹੈਗੀ ਆ ਕਿ ਉਹ ਬਾਏ ਅਮੈਰੀਕਨ ਪਾਲਿਸੀ ਮੰਗਦੇ ਆ। ਤੇ ਇੱਕ ਹੋਰ ਇਹਦੇ ਉੱਤੇ ਦੋਸਤੋ ਅਸੀਂ ਇਹ ਵੀ ਗੱਲਬਾਤ ਜਿਹੜੀ ਕਰਨੀ ਵੀ ਚਾਹੁੰਦੇ ਹਾਂ ਔਰ ਸਰਾਏ ਸਾਹਿਬ ਤੋਂ ਪੁੱਛਣਾ ਵੀ ਚਾਹੁੰਦੇ ਹਾਂ ਇਹਦੇ ਬਾਰੇ, ਚੀਨ ਦੇ ਨਾਲ ਸਾਡੇ ਰਿਸ਼ਤੇ ਕਿੱਦਾਂ ਦੇ ਰਹਿਣਗੇ? ਅਮਰੀਕਾ ਦੇ ਨਾਲ ਹੈ, ਅਮਰੀਕਾ ਦੇ ਚੀਨ ਦੇ ਨਾਲ ਰਿਸ਼ਤੇ ਅਣਸੁਖਾਵੇਂ ਰਹੇ ਪਿਛਲੇ ਸਮੇਂ ਦੇ ਵਿੱਚ। ਕੈਨੇਡਾ ਦੇ ਵੀ ਚੀਨ ਨਾਲ ਸੰਬੰਧ ਇੰਨੇ ਸੁਖਾਵੇਂ ਨਹੀਂ ਪਿਛਲੇ ਸਮੇਂ ਤੋਂ, ਔਰ ਉਹਦਾ ਕਾਰਨ ਕਿਤੇ ਨਾ ਕਿਤੇ ਅਮਰੀਕਾ ਵੀ ਹੈਗਾ। ਸਰਾਏ ਸਾਹਿਬ, ਜਿਹੜੇ ਦੋ ਸਾਡੇ ਉੱਥੇ ਕੈਨੇਡੀਅਨ ਹੈਗੇ ਆ, ਉਹਨਾਂ ਦਾ ਮਾਮਲਾ ਜਾਂ ਓਵਰਆਲ ਚੀਨ ਦੇ ਨਾਲ ਸਾਡੇ ਰਿਲੇਸ਼ਨ ਕਿੱਦਾਂ ਰਹਿਣਗੇ ਜੀ? ਦੇਖੋ ਇਹਦੀ ਵੀ ਬਾਈਡਨ ਉਹਨਾਂ ਨਾਲ ਜਦੋਂ ਜਸਟਿਨ ਟਰੂਡੋ ਉਹਨਾਂ ਨੇ ਪਹਿਲੀ ਗੱਲ ਕੀਤੀ, ਉਹਨੇ ਇਹ ਜ਼ਾਹਰ ਕੀਤਾ ਔਰ ਬਾਈਡਨ ਉਹਨਾਂ ਨੇ ਕਿਹਾ ਕਿ ਅਸੀਂ ਸਪੋਰਟ ਕਰਾਂਗੇ ਕੈਨੇਡਾ ਨੂੰ ਉਹਨਾਂ ਦੀ ਰਿਲੀਜ਼ ਕਰਨ ਵਾਸਤੇ। ਸੋ ਇਹ ਆਨ ਗੋਇੰਗ ਇਸ਼ੂ ਆ। ਜਦੋਂ ਆਪਾਂ ਲਾਅ ਐਂਡ ਆਰਡਰ ਕੰਟਰੀ ਦੇ ਵਿੱਚ ਰਹਿੰਦੇ ਹਾਂ, ਆਪਾਂ ਲਾਅ ਐਂਡ ਆਰਡਰ ਦੇ ਨਾਲ ਰਹਿੰਦੇ, ਸੋ ਸਾਨੂੰ ਪੇਸ਼ੈਂਟ ਵੀ ਰਹਿਣਾ ਪੈਂਦਾ। ਸੋ ਜਿਵੇਂ ਆਮ ਵਿਅਕਤੀ ਆ, ਤਾਂ ਚਾਹੇ ਉਹ ਇੱਕ CFO ਹੈਗੀ $1 ਬਿਲੀਅਨ ਦੀ ਕੰਪਨੀ ਦੇ ਵਿੱਚ ਤੇ ਵੱਡੀ ਤੋਂ ਵੱਡੀ ਵਨ ਆਫ ਕੰਟਰੀ ਉਹਨੂੰ ਸਪੋਰਟ ਤੇ ਆ, ਲਾ ਜੇ ਸ਼ੋ ਹੋ ਰਿਹਾ ਕਿ ਐਗਜ਼ੈਕਟਲੀ ਸੇਮ ਆ, ਡਿਪੋਰਟੇਸ਼ਨ ਦੀ ਹੀਰਿੰਗ ਟਾਈਮ ਲਾਈਨ ਪ੍ਰੋਸੈਸ ਸੇਮ ਹੀ ਚੱਲ ਰਿਹਾ। ਸੋ ਅਸੀਂ ਅਨਫੋਰਚੂਨੇਟਲੀ ਉਹਨਾਂ ਦੇ ਵਿੱਚ ਉਹ ਦੋ ਜਿਹੜੇ ਮਾਈਕਲ ਆ ਉਹ ਵਿਕਟਮ ਹੋ ਰਿਹਾ, ਕਿਉਂਕਿ ਉਹ ਅਨਨੈਸੈਸਰੀਲੀ ਉਹਨਾਂ ਨੂੰ ਕੋਲੈਟਰਲ ਦੇ ਤੌਰ ਤੇ ਉਹਨਾਂ ਦੇ ਚਾਰਜ ਪਾ ਕੇ ਆਲਮੋਸਟ ਹੌਸਟੇਜ ਜੰਗ ਰੱਖਿਆ। ਸੋ ਆਸ ਹੈ ਕਿ ਉਹ ਜਿਹੜਾ ਲੀਗਲ ਪ੍ਰੋਸੈਸ ਉਹ ਕਾਮਯਾਬ ਹੋਊਗਾ, ਜਿਹੜੀ ਮਰਜ਼ੀ ਡਿਸੀਜਨ ਹੋਵੇ, ਕਿਉਂਕਿ ਉਹ ਰੀਲੀ ਸੋ ਕੈਨੇਡਾ ਦਾ ਤੇ ਕੋਈ ਉਹਦੇ ਵਿੱਚ ਕੈਨੇਡੀਅਨ ਲਾਅ ਦੀ ਉਲੰਘਣਾ ਨਹੀਂ ਕੀਤੀ, ਉਹਨੇ ਉਲੰਘਣਾ ਜੋ ਕੀਤੀ ਤਾਂ ਅਮਰੀਕਨ ਲਾਅ ਦੀ ਉਲੰਘਣਾ ਕੀਤੀ ਆ। ਉਹ ਜੇ ਸਾਬਤ ਹੋ ਗਿਆ ਤਾਂ ਅਮਰੀਕਾ ਜਾਊਗੀ, ਜੇ ਉਹ ਨਹੀਂ ਸਾਬਤ ਹੋ ਗਿਆ ਉਹਨੂੰ ਰਿਲੀਜ਼ ਕਰਕੇ ਬੈਕ ਚਾਈਨਾ ਨੂੰ ਜਾਊਗੀ। ਸੋ ਇਹ ਦੋ ਬੇਸਿਕਲੀ ਮਸਲੇ ਹੈਗੇ ਆ। ਸਾਨੂੰ ਪੇਸ਼ੈਂਟ ਥੋੜ੍ਹਾ ਜਿਹਾ ਰਹਿਣਾ ਪਊਗਾ। ਆਸ ਹੈ ਕਿ ਆਉਣ ਵਾਲੇ ਹਫ਼ਤੇ ਮਹੀਨਿਆਂ ਦੇ ਵਿੱਚ ਇਹ ਡਿਸੀਜਨ ਕੀਤਾ ਜਾਊਗਾ ਤੇ ਲਾਅ ਐਂਡ ਆਰਡਰ ਚੀਨ ਨੂੰ ਵੀ ਸਮਝਣਾ ਪਊਗਾ ਕਿ ਕੈਨੇਡਾ ਦੇ ਵਿੱਚ ਇਹ ਪ੍ਰੈਸ਼ਰ ਗੇਮ ਜਿਹੜੀਆਂ ਇਹ ਨਹੀਂ ਚੱਲੂਗੀਆਂ, ਕਿਉਂਕਿ ਜੇ ਅਸੀਂ ਇੱਕ ਵਾਰੀ ਪ੍ਰੈਸ਼ਰ ਅਲਾਉ ਕਰ ਦਿੱਤਾ, ਉਹ ਆਲਵੇਜ਼ ਹਰ ਇੱਕ ਚੀਜ਼ ਜਦੋਂ ਵੀ ਨਹੀਂ ਮੰਗਣੀ, ਉਹਨੇ ਬੰਦਾ ਇੱਕ ਫੜ ਲੈਣਾ ਤਾਂ ਉਹਨੂੰ ਹਾਸਟੇਜ ਦੇ ਤੌਰ ਤੇ ਰੱਖ ਕੇ ਜਾਂ ਰੈਂਸਮ ਦੇ ਤੌਰ ਤੇ ਰੱਖਣਾ, ਉਹ ਚੀਜ਼ ਫੇਅਰ ਨਹੀਂ ਹੈਗੀ। ਜੇ ਤੁਸੀਂ ਸਕਸੈਸਫੁਲ ਇੱਕ ਕੰਟਰੀ ਚਲਾਉਣੀ ਆ ਤਾਂ ਲਾਅ ਐਂਡ ਆਰਡਰ ਬਹੁਤ ਜ਼ਰੂਰੀ ਹੈਗਾ। ਇਹਦੇ 'ਚ ਇਹ ਕਿਹਾ ਜਾਂਦਾ ਸੀ ਵੀ ਅਸੀਂ ਉਨੀ ਸਖਤੀ ਨਹੀਂ ਕਰ ਰਹੇ ਇੱਥੇ ਲੇਡੀ ਦੇ ਉੱਤੇ ਜਿੰਨੀ ਉਹ ਮਾਈਕਲਸ ਦੇ ਉੱਤੇ ਕੀਤੀ ਜਾ ਰਹੀਆਂ, ਜਿਹੜੀਆਂ ਸਹੂਲਤਾਂ ਇੱਥੇ ਅਸੀਂ ਦੇ ਰਹੇ ਹਾਂ ਉਹ ਉਹਨਾਂ ਨੂੰ ਨਹੀਂ ਹੈ। ਇਹਦੇ 'ਤੇ ਕੁਛ ਲੋਕ ਕ੍ਰਿਟੀਸਾਈਜ਼ ਕਰਦੇ ਆ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ। ਦੇਖੋ ਅਗੇਨ ਅਸੀਂ ਜੱਜ ਨੂੰ ਫੋਨ ਨਹੀਂ ਕਰ ਸਕਦੇ। ਸੋ ਇਹ ਲੋਕਾਂ ਨੂੰ ਫਹਿਮੀ ਹੈ ਕਿ ਜੇ ਉਹ ਨਹੀਂ ਸਖਤੀ ਕੀਤੀ ਤਾਂ ਖਰਾ ਪ੍ਰਾਈਮ ਮਿਨਿਸਟਰ ਟਰੂਡੋ ਨੇ ਜੱਜ ਨੂੰ ਕਹਿਣਾ ਓਕੇ ਇਹਦੀ ਵੀ ਜਿਹੜੀ ਬੇਲ ਕੰਡੀਸ਼ਨਸ ਜਾਂ ਇਹਦੀਆਂ ਅਰੈਸਟ ਕੰਡੀਸ਼ਨਸ ਆ ਉਹਨੂੰ ਕੀ ਰੋ, ਉਹ ਇੱਕ ਕੋਈ ਜੱਜ ਦੇ ਮੂਹਰੇ ਉਹਨੇ ਪੇਸ਼ ਕੀਤਾ, ਉਹਨੇ ਪਲਾਨ ਕੀਤੀ ਕਿ ਹਾਊਸ ਅਰੈਸਟ ਆ ਸ਼ਰਤਾਂ ਤੇ ਇੰਡੀਪੈਂਡੈਂਟ ਜੱਜ ਨੇ ਉਹਨੂੰ ਦੇਖ ਕੇ ਤੇ ਸਰਕਾਰ ਨੇ ਉਹਦੀ ਪਾਲਿਸੀ ਨੂੰ ਦੇਖ ਕੇ ਅਪੋਜ਼ ਕੀਤਾ ਜਾਂ ਸਪੋਰਟ ਕੀਤਾ ਤਾਂ ਇੱਕ ਫੈਸਲਾ ਕੀਤਾ। ਸੋ ਇਹ ਆਰਬਿਟਰਰੀ ਫੈਸਲਾ ਨਹੀਂ ਹੈਗਾ ਕਿ ਅਸੀਂ ਇੰਟਰਫੀਅਰ ਕਰਕੇ ਜੁਡੀਸ਼ਰੀ ਦੇ ਵਿੱਚ ਕਰ ਸਕਦੇ ਨਾ ਵੀ ਉਹ ਨਹੀਂ ਬੈਡ ਉੱਥੇ ਕੀਤਾ ਤਾਂ ਅਸੀਂ ਜਾ ਕੇ ਕਹੀਏ ਅਸੀਂ ਬੈਡ ਤੁਹਾਡੇ ਨਾਲ ਕਰਨਾ। ਇਹ ਕੈਨੇਡਾ ਦਾ ਸਿਸਟਮ ਨਹੀਂ ਹੈਗਾ ਔਰ ਅਸੀਂ ਕਦੇ ਕਰਨਾ ਵੀ ਨਹੀਂ ਚਾਹੁੰਦੇ। ਇਹ ਸਾਡੀ ਫਿਲਾਸਫੀ ਕੈਨੇਡਾ ਦੀ ਹੈ ਨਹੀਂ ਗੀ। ਫਿਰ ਇਸ ਕਰਕੇ ਉਹ ਇੰਡੀਪੈਂਡੈਂਟ ਮੈਰਿਟ ਆ, ਜਿਹੜੇ ਜੱਜ ਨੇ ਉਹਨੂੰ ਦੇਖਿਆ, ਉਹ ਪਲਾਨ ਨੂੰ ਅਪਰੂਵ ਕੀਤਾ, ਉਹ ਬੇਲ ਕੰਡੀਸ਼ਨਸ ਨੂੰ ਉਹਦੀ ਆ। ਜੇ ਉਹ ਉਲੰਘਣਾ ਉਹਦੀ ਕਰੂਗੀ ਤਾਂ ਉਹ ਸਰਕਾਰ ਮੁੜ ਕੇ ਉਹਨੂੰ ਕੇਸ ਨੂੰ ਮੁੜੇ ਲਿਆਊਗੀ ਤਾਂ ਉਹਦੀ ਬ੍ਰੀਚ ਆਫ ਅੰਡਰਟੇਕਿੰਗ ਜਾਂ
ਬ੍ਰੀਚ ਆਫ ਉਹਦੀ ਬੇਲ ਕੰਡੀਸ਼ਨ ਦੇ ਉੱਤੇ ਉਹਨੂੰ ਮੁੜ ਕੇ ਸਖਤੀ ਕੀਤੀ ਜਾ ਸਕਦੀ ਹੈ। ਪਰ ਇਹ ਅੰਡਰਸਟੈਂਡਿੰਗ ਲੋਕਾਂ ਨੂੰ ਅੰਡਰਸਟੈਂਡ ਕਰਨੀ ਪੈਂਦੀ। ਉਹਦਾ ਸਾਨੂੰ ਗੁੱਸਾ ਸਾਰੇ ਨੂੰ ਲੱਗਦਾ ਜਦੋਂ ਅਸੀਂ ਸਾਡੇ ਨਜਾਇਜ਼ ਨਾਕੇ ਦੇਖਦੇ ਹਾਂ ਕਿ ਉਹ ਦੋਨਾਂ ਨੂੰ ਸਜ਼ਾ 'ਚ ਉੱਥੇ ਬੜੀ ਤੰਗੀ ਦੇ ਨਾਲ ਰੱਖਿਆ, ਤਾਂ ਇਹ ਇੱਕ ਮਹਿਲ ਦੇ ਵਿੱਚ ਰਹਿ ਰਹੀ ਆ ਅਤੇ ਇਹਦਾ ਕਰਫਿਊ ਟਾਈਮ ਵੀ ਕਾਫੀ ਖੁੱਲ੍ਹਾ ਆ। ਸੋ ਗੁੱਸਾ ਤਾਂ ਹਰ ਇੱਕ ਇਨਸਾਨ ਨੂੰ ਆਉਂਦਾ, ਪਰ ਅਸੀਂ ਉਹ ਜਿਹੜੇ ਪਿਲਰਸ ਆਫ ਫੰਡਾਮੈਂਟਲ ਪਿਲਰਸ ਆਫ ਜਸਟਿਸ ਐਂਡ ਲਾਅ ਐਂਡ ਆਰਡਰ ਉਹਨੂੰ ਅਸੀਂ ਬ੍ਰੇਕ ਨਹੀਂ ਕਰ ਸਕਦੇ। ਜੇ ਉਹ ਹੋਣ ਲੱਗ ਪਿਆ ਫਿਰ ਸਾਡਾ ਤਾਂ ਦੂਸਰੇ ਦੇਸ਼ਾਂ ਦਾ ਕੀ ਫਰਕ ਹੋਇਆ। ਅਤੇ ਇੱਕ ਹੋਰ ਗੱਲ, ਜਿਹੜੇ ਜਿੱਦਾਂ ਹੁਣ ਪੈਂਡੈਮਿਕ ਦੇ ਵਿੱਚ ਸੀਗਾ ਵੀ ਸਾਡੇ ਕੋਲੇ ਸਮਾਨ ਦੀ ਘਾਟ ਸੀ, ਬਹੁਤਾ ਚਾਈਨਾ ਤੋਂ ਲੈਣਾ ਪੈਂਦਾ ਸੀ। ਵੈਕਸੀਨ ਦੇ ਮਾਮਲੇ ਦੇ ਵਿੱਚ ਵੀ ਅਸੀਂ ਹੁਣ ਜਿਹੜੇ ਯਤਨ ਸ਼ੁਰੂ ਕੀਤੇ, ਕਿਤੇ ਨਾ ਕਿਤੇ ਪਿੱਛੇ ਰਹਿ ਗਏ ਹਾਂ। ਸਾਡੀ ਡਿਪੈਂਡੈਂਸ ਜਿਹੜੀ ਦੂਜੇ ਦੇਸ਼ਾਂ ਦੇ ਉੱਤੇ ਜ਼ਿਆਦਾ ਆ। ਤਾਂ ਇਹਦੇ ਸੰਬੰਧ ਦੇ ਵਿੱਚ ਕੁਛ ਹੈ ਕਿ ਅਸੀਂ ਕੈਨੇਡਾ ਨੂੰ ਹੋਰ ਜ਼ਿਆਦਾ ਇੰਡੀਪੈਂਡੈਂਟ ਕੁਛ ਮਾਮਲਿਆਂ ਦੇ ਵਿੱਚ ਹੋਣ ਦੀ ਲੋੜ ਆ, ਸਰਕਾਰ ਨੂੰ ਕੁਛ ਕਰਨਾ ਚਾਹੀਦਾ, ਜਾਂ ਸਾਰਾ ਕੁਛ ਠੀਕ ਠਾਕ ਹੈ ਜੀ? ਦੇਖੋ, ਇਹ ਪੈਂਡੈਮਿਕ ਨੇ ਕਈ ਚੀਜ਼ਾਂ ਜ਼ਾਹਰ ਕੀਤੀਆਂ। ਸੋ ਗਲੋਬਲਾਈਜੇਸ਼ਨ ਐਂਡ ਗਲੋਬਲ ਟ੍ਰੇਡ ਦੇ ਵਿੱਚ ਇੱਕ ਫਿਲਾਸਫੀ ਬਣ ਗਈ ਸੀਗੀ ਕਿ ਤੁਹਾਨੂੰ ਇਹ ਨਹੀਂ ਕੇਅਰ ਕਿ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਹੀ ਸਾਰਾ ਕੁਝ ਬਣਾਓ। ਲੋਕ ਜਿੱਥੇ ਚੀਜ਼ ਫਾਸਟ ਰਿਹਾ, ਫੋਰ ਐਗਜ਼ਾਮਪਲ ਆਈਫੋਨ ਲੈ ਲਓ, ਉਹਦੇ ਕ੍ਰੀਏਟਿਵ ਉਹਨੂੰ ਡਿਜ਼ਾਈਨ ਕਰਨ ਵਾਲੇ ਅਮਰੀਕਾ 'ਚ ਆ, ਉਹਨੂੰ ਮੈਨੂਫੈਕਚਰਿੰਗ ਕੰਪਨੀ ਟਾਈਵਾਨੀਜ਼ ਆ, ਉਹ ਮੈਨੂਫੈਕਚਰ ਚਾਈਨਾ 'ਚ ਕਰਦੀ ਆ, ਉਹਦਾ ਕੇਸ ਕਿਤੇ ਬਣਦਾ, ਗਲਾਸ ਕਿਤੇ ਬਣਦਾ, ਔਰ ਇਕਨੋਮਿਕਲੀ ਉਹ ਸਿਸਟਮ ਸਕਸੈਸਫੁਲ ਆ। ਪਰ ਜਦੋਂ ਇੱਦਾਂ ਪੈਂਡੈਮਿਕ ਆ ਜਾਂਦਾ ਜਿੱਥੇ ਲੋਕ ਫਿਰ ਆਪਣੀਆਂ ਬੇਸਿਕ ਰਾ ਇਮੋਸ਼ਨਸ ਜ਼ਾਹਰ ਕਰ ਦਿੰਦੇ ਆ, ਉਹਦੇ ਵਿੱਚ ਇਹ ਸਪਲਾਈ ਚੇਨਾਂ ਫਿਰ ਨਹੀਂ ਠੀਕ ਰਹੀਆਂ। ਉਹ ਐਤਕੀ ਅੱਗੇ ਵੈਕਸੀਨ ਕੈਨੇਡਾ ਬਣਾਉਂਦਾ ਹੁੰਦਾ ਸੀ, ਪਰ ਕਿਉਂਕਿ ਅਸੀਂ ਛੋਟਾ ਦੇਸ਼ ਆ, ਸੋ ਲੋਕਾਂ ਦੀ ਇੰਡੀਆ ਵਰਗੀ ਕੰਟਰੀ ਬਹੁਤ ਕੰਪੈਟੀਟਿਵ ਰੇਟ 'ਤੇ ਉਹ ਵੈਕਸੀਨ ਨੂੰ ਮੈਸ ਪ੍ਰੋਡਿਊਸ ਕਰ ਲੈਂਦੀਆਂ ਸੀ। ਸੋ ਆਫਸ਼ੋਰ ਅਮਰੀਕਾ ਦੇ ਵਿੱਚ ਇੰਡੀਆ ਨੂੰ ਯੂਰਪ ਨੂੰ ਚਲ ਗਈਆਂ, ਅਤੇ ਕੈਨੇਡਾ 'ਚੋਂ ਬੰਦ ਹੋ ਗਿਆ। ਇੱਕ ਅੱਧੀ ਫੈਸਿਲਿਟੀ ਹੈਗੀ, ਪਰ ਉਹ ਇਸ ਟਾਈਪ ਆਫ ਵੈਕਸੀਨ ਨਹੀਂ ਬਣਾ ਸਕਦੀ। ਇਸੇ ਤਰ੍ਹਾਂ ਜਿਹੜਾ PPE ਇਕਵਿਪਮੈਂਟ ਆ, ਮਾਸਕ ਆ, ਪਲਾਸਟਿਕ ਦੇ ਗਲਵ ਆ, ਗਾਊਨਸ ਆ, ਇਹ ਵੀ ਕਿਉਂਕਿ ਸਸਤਾ ਏਸ਼ੀਆ ਦੇ ਵਿੱਚ ਬਣਦਾ, ਇਹ ਵੀ ਉੱਧਰ ਬਣਨ ਲੱਗ ਪਿਆ, ਤਾਂ ਅਸੀਂ ਉੱਥੋਂ ਪਰਚੇਸ ਕਰ ਲੈਂਦੇ ਸੀ ਤਾਂ ਠੀਕ ਸੀ। ਹੁਣ ਪਤਾ ਲੱਗਾ ਜਦੋਂ ਪਲੇਨ ਦੇ ਉੱਤੇ ਚੜ੍ਹਨ ਤੋਂ ਲੋਕ ਹੋਰ ਆਊਟ ਬਿਡ ਕਰਕੇ ਲੈ ਜਾਂਦੇ, ਅਤੇ ਸਪਲਾਈ ਹੁਣ ਕਾਫੀ ਡੋਮੈਸਟਿਕ ਪ੍ਰੋਕਿਊਰਮੈਂਟ ਕੈਨੇਡਾ ਨੇ ਜ਼ਾਹਰ ਕੀਤੀ, ਔਰ ਵੈਰੀ ਫਾਸਟ ਤਰੀਕੇ ਦੇ ਵਿੱਚ 5-6 ਮਹੀਨਿਆਂ ਦੇ ਵਿੱਚ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਨੂੰ ਚੈਂਪੀਅਨ ਕਰਨ ਨੂੰ ਕਿਹਾ, ਉਹ ਨਹੀਂ ਇੱਥੇ PPE ਇਕਵਿਪਮੈਂਟ ਬਣਾਉਣ ਲੱਗ ਪਿਆ। ਵੈਕਸੀਨ ਲਈ ਬਹੁਤ ਵੱਡੀ ਲਾਰਜ ਫੈਸਿਲਿਟੀ ਟੋਰਾਂਟੋ ਦੇ ਸਬਰਬਸ ਦੇ ਵਿੱਚ ਹੁਣ ਬਣ ਰਹੀ ਆ, ਤਾਂ ਔਰ ਉਸ ਈਅਰ ਦੇ ਐਂਡ ਤੱਕ ਫਿਨਿਸ਼ ਹੋ ਜੂਗੀ। ਸੋ ਈਵਨ ਦੋ ਐਸ ਪੈਂਡੈਮਿਕ ਲਈ ਐਸ ਵੈਕਸੀਨ ਲਈ ਸ਼ਾਇਦ ਉਹ ਨਾ ਉਨੀ ਯੂਜ਼ ਚਾਵੇ, ਪਰ ਇਹਦੇ ਵੇਰੀਐਂਟਸ ਜਦੋਂ ਹੋਣੇ ਆ ਗਾਂ, ਕਿਉਂਕਿ ਕਾਫੀ ਚਿਰ ਰਹਿੰਦੀ ਹੁੰਦੀ ਆ, ਜਾਂ ਹੋਰ ਕਦੇ ਆਵੇ ਕੈਨੇਡਾ, ਗਾਂ ਤੋਂ ਪ੍ਰਪੇਅਰ ਜ਼ਰੂਰ ਹੋਊਗਾ। ਇਹ ਅਸੀਂ ਕਮਿਟਮੈਂਟ ਕਰਕੇ ਫੰਡ ਕਰਕੇ ਉਹ ਬਹੁਤ ਵੱਡੀ ਬਣ ਰਹੀ ਆ, ਤਾਂ ਕਿ ਸਾਡੇ ਕੋਲ ਆਪ ਦੀ ਡੋਮੈਸਟਿਕ ਕਪੈਸਿਟੀ ਹੋਵੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਲਤੀ ਮੁੜ ਕੇ ਨਾ ਕਿਤੇ ਹੋਵੇ। ਇਹ ਪਿਛਲੀਆਂ ਸਰਕਾਰਾਂ ਵੀ ਭੁੱਲ ਗਈਆਂ ਸੀਗੀਆਂ, ਹਰ ਇੱਕ ਨੇ ਡਾਊਨ ਸਾਈਜ਼ ਕਰਕੇ ਜਾਂ ਡਿਫਰੈਂਟ, ਹੁਣ ਇਹ ਨੈਸ਼ਨਲੀ ਹੋਊਗੀ, ਤਾਂ ਕਿ ਸਰਟਨ ਚੀਜ਼ਾਂ ਅਸੀਂ ਰੀਅਲਾਈਜ਼ ਕਰਦੇ ਕਿ ਸਾਨੂੰ ਆਪ ਆਲਵੇਜ਼, ਜਿੱਦਾਂ ਫੂਡ ਸਪਲਾਈ, ਲੋਕ ਬਹੁਤ ਕਹਿੰਦੇ ਕਿ ਤੁਹਾਡੇ ਕੋਲ ਡੋਮੈਸਟਿਕ ਫੂਡ ਸਪਲਾਈ ਚਾਹੀਦਾ ਕੁਛ ਹੋ ਜਾਵੇ, ਪਰ ਉਹ ਵੀ ਲੋਕ ਢਿੱਲੇ ਹੋ ਗਏ ਸੀਗੇ ਓਵਰ ਟਾਈਮ। ਹੁਣ ਇਹ ਇੰਪੋਰਟੈਂਸ ਜਿਹੜੀ ਹੈਗੀ ਆ ਕਿ ਆਹ ਚੀਜ਼ਾਂ ਜਿਹੜੀਆਂ ਨੈਸੈਸਰੀ ਸਾਡੇ ਕੋਲ ਆਪ ਦਾ ਹੋਮ ਗਰੋਨ ਇੰਡਸਟਰੀ ਜ਼ਰੂਰ ਚਾਹੀਦੀ ਹੈ, ਚਾਹੇ ਉਹਦੀ ਕਾਸਟ ਥੋੜ੍ਹੀ ਵਾਲੀ ਵੱਧ ਵੀ ਹੋਵੇ ਇੰਪੋਰਟ ਕਰਨ ਨੂੰ, ਪਰ ਲਈ ਸਾਡੇ ਕੋਲ ਆਪ ਦੀ ਹੋਊਗੀ। ਅਤੇ ਵੈਕਸੀਨ ਦੇ ਮਾਮਲੇ ਦੇ ਵਿੱਚ ਲੋਕ ਥੋੜ੍ਹੇ ਜਿਹੇ ਚਿੰਤਤ ਸੀਗੇ ਵੀ ਸਾਨੂੰ ਬਾਹਰਲੇ ਦੇਸ਼ ਜਿਹੜੇ ਦੇ ਨਹੀਂ ਰਹੇ ਜਾਂ ਕੰਪਨੀਆਂ ਦੇ ਨਹੀਂ ਰਹੀਆਂ, ਕੀ ਅਸੀਂ ਔਨ ਦਾ ਟਰੈਕ ਹਾਂ ਔਰ ਟਾਈਮ 'ਤੇ ਸਾਰਾ ਕੁਝ ਹੋ ਜਾਊਗਾ ਜੀ? ਹਾਂਜੀ ਬਿਲਕੁਲ। ਸੋ ਸਾਡੇ ਐਕਚੁਅਲੀ ਐਗਰੀਮੈਂਟ ਬਹੁਤ ਸਟਰੋਂਗ ਆ। ਅਸੀਂ ਚੂਜ਼ ਫਾਈਜ਼ਰ ਦੀ ਵੀ ਜਿਹੜੀ ਸੀਗੀ, ਉਹਨਾਂ ਦੀ ਇੱਕ ਫੈਕਟਰੀ US 'ਚ ਆ, ਇੱਕ ਬੈਲਜੀਅਮ 'ਚ ਆ, ਯੂਰਪ ਅਸੀਂ ਜਾਣ ਬੁੱਝ ਕੇ ਉਹਨੀ ਯੂਰਪੀਅਨ ਵਾਲੀ ਰੱਖੀ ਸੀ, ਕਿਉਂਕਿ ਅਮਰੀਕਾ ਦੇ ਵਿੱਚ ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਵਾਲੇ ਵੇਲੇ ਪਤਾ ਨਹੀਂ ਸੀ ਉਹਨਾਂ ਦੀ ਪ੍ਰੋਡਿਕਟੇਬਿਲਿਟੀ ਕੀ ਹੈਗੀ, ਕਿਉਂਕਿ ਆਰਡਰ ਦੇ ਸਕਦੇ ਐਗਜ਼ੈਕਟਿਵ ਆਰਡਰ ਕਿ ਵੈਕਸੀਨ ਪਹਿਲਾਂ ਸਿਰਫ ਅਮਰੀਕਨ ਨੂੰ, ਅਮਰੀਕਾ ਤੋਂ ਵੈਕਸੀਨ ਬਾਹਰ ਨਾ ਆਵੇ, ਫਿਰ ਅਸੀਂ ਰਹਿ ਜਾਣਾ ਸੀਗਾ, ਬੜਾ ਔਖਾ ਸੀ। ਔਰ ਯੂਰਪ ਦਾ ਸਿਸਟਮ ਮੱਚ ਬੈਟਰ ਸੀਗਾ ਇਸ ਵੇਲੇ, ਉਹਨੇ ਨਹੀਂ ਕੋਈ ਇੱਦਾਂ ਸ਼ੋਅ ਕੀਤਾ। ਅਨਫੋਰਚੂਨੇਟਲੀ ਉਹਨਾਂ ਦੀ ਸਕਸੈਸ ਕਾਰਨ ਹੀ ਆਪਾਂ 2 ਵੀਕਾਂ ਹੁਣ ਲੇਟ ਹੋਣਾ, ਕਿਉਂਕਿ ਉਹ ਇੰਨੀ ਡਿਮਾਂਡ ਹੋ ਗਈ। ਉਹ ਬੈਲਜੀਅਮ ਫੈਕਟਰੀ ਨੇ ਕਿਹਾ ਕਿ ਸਾਨੂੰ 2-3 ਹਫ਼ਤੇ ਦਿਓ, ਅਸੀਂ ਥੋੜ੍ਹੀ ਐਕਸਪੈਂਡ ਕਰਕੇ ਸਾਡੀਆਂ ਵੱਧ ਚੇਨਾਂ ਆਉਣੀਆਂ। ਸੋ ਉਸ ਤੋਂ ਬਾਅਦ ਜਿਹੜਾ ਉਹ ਸਪਲਾਈ ਬਹੁਤ ਫਾਸਟ ਆ ਜਾਣਾ। ਸੋ ਓਬਵੀਅਸਲੀ ਇਸ ਵੇਲੇ ਨਿਊਜ਼ ਰੀਅਲ ਟਾਈਮ ਆ, ਹਰ ਇੱਕ ਲੋਕ ਡੇ ਬਾਈ ਡੇ ਦੇਖਦੇ ਆ। ਹਜੇ ਡੋਸੇਜ ਹਜੇ ਵੀ ਹੈਗੇ ਜਿਹੜੇ ਕਿ ਇੰਪਲੀਮੈਂਟ ਹੋਣ ਲਈ ਅਵੇਲੇਬਲ ਹੈਗੇ, ਪਰ ਆਉਣ ਵਾਲੇ 1-2 ਹਫ਼ਤੇ ਡੋਸੇਜ ਨਹੀਂ ਆਉਣਗੇ। ਉਹ ਤੋਂ ਬਾਅਦ ਫਿਰ ਮਿਲੀਅਨ ਵੀਕ ਆਉਣ ਲੱਗ ਪਣੇ ਆ, ਔਰ ਬੈਕ ਔਨ ਟਰੈਕ ਹੋਣੀ। ਸੋ ਉਹਨੇ ਕੋਈ ਸਪਲਾਈ ਚੇਨ ਹੋਰ ਰੀਜ਼ਨ ਕਰਕੇ ਨਹੀਂ ਰੋਕਿਆ, ਉਹਨੇ ਇਹ ਰੋਕਿਆ ਕਿ ਆਪਣੀ ਫੈਕਟਰੀ ਨੂੰ ਅਪਗ੍ਰੇਡ ਫੈਸਿਲਿਟੀ ਨੂੰ ਕਰਨਾ, ਉਹਦੇ ਉਹਨਾਂ ਨੂੰ 2 ਵੀਕ ਸੈਟਅਪ ਟਾਈਮ ਚਾਹੀਦਾ, ਉਹਦੇ ਕਰਕੇ ਉਹ ਇੰਟਰਪਸ਼ਨ ਥੋੜ੍ਹੀ ਜਿਹੀ ਆਈ ਆ। ਇਨ ਦ ਮੀਨ ਟਾਈਮ ਅਸੀਂ ਆਸ ਕਰਦੇ ਕਿ ਦੂਜੀਆਂ ਵੈਕਸੀਨ ਵਾਲੀਆਂ ਉਹ ਗੈਪ ਫਿਲ ਕਰ ਲੂਗੀ, ਪਰ ਸਾਡੇ ਕੋਲ
ਇੰਨਾ ਸਭ ਕਮਿਟਮੈਂਟ ਹੈਗੀ ਕਿ ਅਸੀਂ 9 ਡੋਸੇਜ ਪਰ ਪਰਸਨ ਵੇਲੇ ਅਸੀਂ ਪ੍ਰੋਕਿਊਰ ਕੀਤੀਆਂ ਸੋ ਉਹਦੇ 'ਚ ਅਸੀਂ ਹੈਜ ਕੋਈ ਕੰਟਰੀ ਨਹੀਂ ਇਨ ਦਾ ਵਰਲਡ ਜਿਹਨੇ ਇੰਨਾ ਹੈਜ ਕੀਤਾ ਸੋ ਅਸੀਂ ਜੌਨਸਨ ਦੇ ਨਾਲ ਵੀ ਕੀਤੀ ਗਲੈਕਸੋ ਨਾਲ ਵੀ ਕੀਤੀ ਆ ਡਿਫਰੈਂਟ ਜਿਹੜੀਆਂ ਜਿੰਨੀਆਂ ਨੇ ਵੈਕਸੀਨ ਬਣਾਈ ਆ ਉਹ ਹਰ ਇੱਕ ਨੇ ਕੀਤੀ ਤਾਂ ਕਿ ਜਿਹੜੀ ਫਸਟ ਆ ਜੂਗੀ ਜਾਂ ਸੈਕੰਡ ਆ ਜੂਗੀ ਜਾਂ ਥਰਡ ਸਾਡੇ ਕੋਲ ਸਪਲਾਈ ਸ਼ੋਰਟੇਜ ਨਹੀਂ ਜੇ ਨਹੀਂ ਲੈਣੀ ਅਸੀਂ ਹੋਰ ਦੇਸ਼ਾਂ ਨੂੰ ਛੱਡ ਸਕਦੇ ਹਾਂ ਪਰ ਪਹਿਲਾਂ ਕੈਨੇਡਾ ਵਾਸਤੇ ਉਹ ਪ੍ਰੋਕਿਊਰ ਹੋਊਗੀ ਸੋ ਆ ਜਾਣਗੇ ਸਾਰਿਆਂ ਨੂੰ ਆਈ ਥਿੰਕ ਮੈਟਰ ਆਫ ਵੱਧ ਤੋਂ ਵੱਧ 1 ਜਾਂ 2 ਵੀਕ ਦੀ ਡਿਲੇ ਹੈਗੀ ਆ ਐਂਡ ਫਿਰ ਜਲਦੀ ਹੋ ਜੂਗੀ ਤੇ ਇੱਕ ਜਿਹੜੀ ਹੁਣ ਗੱਲਬਾਤ ਚੱਲ ਰਹੀ ਹੈ ਵੀ ਇੰਟਰਨੈਸ਼ਨਲ ਟਰੈਵਲ ਬੰਦ ਹੋ ਸਕਦਾ ਜਾਂ ਕੋਈ ਰਿਸਟ੍ਰਿਕਸ਼ਨਸ ਲੱਗ ਸਕਦੀਆਂ ਇਹ ਕੀ ਖਬਰ ਆ ਜਿਹੜੀ ਆ ਰਹੀ ਜੀ ਦੇਖੋ ਇਹ ਵੈਰੀ ਰੀਅਲ ਆ ਥੋੜਾ ਚਿਰ ਇਹ ਪੈਂਡੈਮਿਕ ਸਾਰੇ ਕਹਿੰਦੇ ਸੀ ਸੈਕੰਡ ਵੇਵ ਆਉਣਾ ਆਪਾਂ ਕਈ ਲੋਕ ਥੋੜੇ ਜਿਹਾ ਰਿਲੈਕਸ ਹੋ ਗਏ ਹੁਣ ਉਹ ਜਿਹੜੀ ਬਿਮਾਰੀ ਵੀ ਆ ਉਹ ਮੋਰਫ ਹੋ ਗਈ ਉਹਦੇ ਆਲਰੇਡੀ 2 ਨੋਨ ਵੈਰੀਐਂਟਸ ਹੋ ਗਏ ਇੱਕ ਸਾਊਥ ਅਫਰੀਕਾ ਵਾਲਾ ਜਿਹੜੀ ਜ਼ਿਆਦਾ ਡੇਂਜਰਸ ਆ ਔਰ ਇੱਕ ਜਿਹੜੀ ਇੰਗਲੈਂਡ ਵਾਲਾ ਜਿਹੜੀ ਕਿ ਬਹੁਤ ਈਜ਼ੀ ਸਪਰੈਡ ਹੁੰਦੀ ਹੈ ਐਂਡ ਕਈ ਕਹਿ ਰਹੇ ਕਿ ਮੋਰ ਡੇਂਜਰਸ ਵੀ ਹੈਗੀ ਆ ਸੋ ਇਹਨੂੰ ਰੋਕਣ ਵਾਸਤੇ ਅਨਐਸੈਂਸ਼ੀਅਲ ਟਰੈਵਲ ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਆਬਵੀਅਸਲੀ ਹੁਣ ਕੈਨੇਡਾ 'ਚ ਇੰਗਲੈਂਡ ਤੋਂ ਹੀ ਆਈ ਆ ਇੰਗਲੈਂਡ ਤੋਂ ਆ ਕੇ ਇੱਕ ਹਸਪੀਟਲ ਦੇ ਵਿੱਚ ਹੀ ਲਿਵ ਇਨ ਕੇਅਰ ਹੋਮ ਦੇ ਵਿੱਚ 100% ਇਨਫੈਕਟ ਹੋ ਗਏ ਪੇਸ਼ੈਂਟ 'ਚ 40 ਮੌਤਾਂ ਵੀ ਹੋ ਗਈਆਂ ਸੋ ਉਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਓਨਲੀ ਅਸੈਂਸ਼ੀਅਲ ਟਰੈਵਲ ਈਵਨ ਇੰਟਰਨਲ ਪ੍ਰੋਵਿੰਸ਼ੀਅਲ ਟਰੈਵਲ ਵੀ ਪ੍ਰਾਈਮ ਮਿਨਿਸਟਰ ਨੇ ਐਡਵਾਈਜ਼ ਕੀਤਾ ਕਿ ਰਿਸਟ੍ਰਿਕਟ ਕਰੋ ਸੋ ਸਾਡਾ ਗੋਲ ਹੈਗਾ ਕਿ ਤੁਸੀਂ ਨਾ ਟਰੈਵਲ ਕਰੋ ਬਿਲਕੁਲ ਲੈਸ ਐਬਸੋਲੂਟਲੀ ਕੋਈ ਬਿਲਕੁਲ ਨੈਸੈਸਰੀ ਉਹ ਵੀ ਕੋਈ ਕੰਮ ਜਾਂ ਹੈਲਥ ਰੀਜ਼ਨ ਕਾਰਨ ਨਹੀਂ ਜਾਣਾ ਚਾਹੀਦਾ ਸਾਰੀ ਪੋਸਟਪੋਨ ਕਰੋ ਔਰ ਨਾ ਅਸੀਂ ਗਾਰੰਟੀ ਕਰ ਸਕਦੇ ਕਿ ਜੇ ਉਹ ਲਾਕਡਾਊਨ ਹੋ ਗਿਆ ਕਿ ਅਸੀਂ ਤੁਹਾਨੂੰ ਫਿਰ ਵਾਪਸ ਲਿਆ ਸਕਦੇ ਕਿਉਂਕਿ ਤਦੇ ਪ੍ਰਾਈਮ ਮਿਨਿਸਟਰ ਨੇ ਵਾਰਨਿੰਗ ਦਿੱਤੀ ਹੈ ਆਪਾਂ ਕਈ ਵਾਰੀ BC ਦੇ ਵਿੱਚ ਰਹਿੰਦੇ ਹੋਏ ਦੇਖਦੇ ਇੱਥੇ ਜਨਰਲੀ ਬਾਕੀ ਕੰਟਰੀ ਨਾਲੋਂ ਕਾਫੀ ਬੈਟਰ ਆ ਪਰ ontario ਫੁੱਲ ਲਾਕਡਾਊਨ ਆ Quebec ਫੁੱਲ ਲਾਕਡਾਊਨ ਆ ਉੱਥੇ ਬਹੁਤ ਜ਼ਿਆਦਾ ਇਹ ਪ੍ਰੋਬਲਮ ਰਹੀ ਆ ICU ਯੂਨਿਟਸ ਜਿਹੜੇ ਹਸਪੀਟਲਸ ਉਹ ਮੈਕਸਿਮਮ ਕਪੈਸਿਟੀ 'ਤੇ ਚੱਲ ਰਿਹਾ ਲਾਸ ਐਂਜਲਸ ਕੈਲੀਫੋਰਨੀਆ ਦੇਖ ਲਓ ਉਹ ਮੋਰਗਾਂ ਵੀ ਉਹਨੀ ਕੂਲਰ ਲਿਆਂਦੇ ਬਾਹਰ ਹਸਪੀਟਲ ਰੋਕ ਰਿਹਾ ਕਿ ਹੋਰ ਪੇਸ਼ੈਂਟ ਨਾ ਭੇਜੋ ਜੇ ਜ਼ਿਆਦਾ ਬਿਰਧ ਆ ਜਾਂ ਕੋਈ ਵੀਕ ਆ ਉਹ ਚੂਜ਼ ਕਰ ਰਿਹਾ ਕਿ ਇਹਨੂੰ ਇਲਾਜ ਕਰਨਾ ਤਾਂ ਕਿ ਨਹੀਂ ਅਸੀਂ ਉਹ ਸਿਚੁਏਸ਼ਨ 'ਚ ਨਹੀਂ ਜਾਣਾ ਚਾਹੁੰਦੇ ਤੇ ਕੈਨੇਡਾ ਦੇ ਵਿੱਚ ਵੈਸੇ ਸਿਚੁਏਸ਼ਨ ਜਿਹੜੀ ਤਸੱਲੀ ਬਖਸ਼ ਹੈ ਇਸ ਵੇਲੇ ਕੀ ਲੱਗਦਾ ਸਰਕਾਰ ਨੂੰ ਵੀ ਲੋਕ ਖਿਆਲ ਰੱਖ ਰਹੇ ਔਰ ਅਸੀਂ ਮਤਲਬ ਜਿੰਨੀ ਕਾਸ ਕੀਤੀ ਜਾ ਰਹੀ ਉਹਦੇ ਉੱਤੇ ਹੈਗੇ ਆ ਜਾਂ ਅਜੇ ਹੋਰ ਸਖਤੀ ਦੀ ਲੋੜ ਆ ਜੀ ਦੇਖੋ ਆਈ ਥਿੰਕ ਹੋਰ ਸਖਤੀ ਦੀ ਲੋੜ ਹੈ ਕੰਸਰਨਡ ਸਾਰੇ ਹੈਗੇ ਆ ਆਈ ਥਿੰਕ ਕੈਨੇਡਾ ਓਵਰਆਲ ਬਾਕੀਆਂ ਨਾਲੋਂ ਬੈਟਰ ਹੈ ਪਰ ਹਜੇ ਵੀ ਜੇ ਤੁਸੀਂ ਦੇਖੋ ਕੁਬੈਕ ਐਂਡ ontario ਦੇ ਵਿੱਚ ਜਿੱਦਾਂ ਚੱਲ ਰਿਹਾ ਦੈਟ ਮੀਨ ਨਹੀਂ ਅਸੀਂ ਉਹਨੇ ਕੰਟਰੋਲ ਦੇ ਕਾਫੀ ਫਾਸਟ ਸਪਰੈਡ ਕਰਨ ਵਾਲੀ ਵਾਇਰਸ ਹੈਗੀ ਆ ਸੋ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨੂੰ ਹੋਰ ਕੰਟਰੋਲ ਹੋਰ ਪਰਹੇਜ਼ ਰੱਖੀਏ ਮਾਸਕ ਪਾਈਏ ਅਸੀਂ ਅਨਨੈਸੈਸਰਲੀ ਬਾਹਰ ਨਾ ਜਾਓ ਅਨਲੈਸ ਸਾਡਾ ਬਿਲਕੁਲ ਸਾਨੂੰ ਜਾਣ ਦੀ ਲੋੜ ਹੈਗੀ ਆ ਉਹ ਜਦੋਂ ਵੀ ਜਾਓ ਹੈਂਡ ਸੈਨੀਟਾਈਜ਼ਰ ਯੂਜ਼ ਕਰੋ ਵਾਸ਼ ਕਰੋ ਆਪਣੇ ਹੱਥ ਤਾਂ ਹੀ ਅਸੀਂ ਬਚਾ ਕਰਕੇ ਅਸੀਂ ਕੰਟਰੋਲ ਕਰ ਸਕਦੇ ਕਿਉਂਕਿ ਸਾਨੂੰ ਦੋਨੇ ਚੀਜ਼ਾਂ ਬੱਚਿਆਂ ਨੇ ਅਸੀਂ ਸਕੂਲੇ ਵੀ ਜਾਣਾ ਆਪਾਂ ਨੂੰ ਗਰੋਸਰੀ ਵੀ ਲੈਣੀ ਪੈਂਦੀ ਹੈ ਕੰਮ 'ਤੇ ਵੀ ਜਾਣਾ ਪੈਂਦਾ ਪਰ ਜੇ ਅਸੀਂ ਪਰਹੇਜ਼ ਨਾ ਕਰਾਂਗੇ ਕੇਸ ਤਾਂ ਹੋਣਗੇ ਪਰ ਕੇਸ ਥੋੜ੍ਹੇ ਲੈਵਲ ਦੇ ਗਰੋ ਹੋਊਗੇ ਜਿੰਨਾ ਹਸਪੀਟਲ ਉਹਨਾਂ ਨੂੰ ਕੰਟਰੋਲ ਕਰਕੇ ਉਹਨਾਂ ਨੂੰ ਰਿਕਵਰ ਛੇਤੀ ਜਲਦੀ ਤਾਂ ਹੀ ਅਸੀਂ 99.7% ਰਿਕਵਰੀ ਰੇਟ ਰੱਖ ਸਕਦੇ ਹਾਂ ਨਾ ਲੋਕ ਅਕਸਰ ਇਸ ਗੱਲ ਬਾਰੇ ਵੀ ਚਿੰਤਤ ਆ ਕਿ ਕੋਵਿਡ ਤਾਂ ਹੈਗਾ ਹੀ ਆ ਪਰ ਕਈਆਂ ਨੂੰ ਲੱਗਦਾ ਇੰਡੀਆ ਤੋਂ ਸਾਡੇ ਰਿਸ਼ਤੇਦਾਰਾਂ ਨੇ ਕਦੋਂ ਆਉਣਾ ਇਮੀਗ੍ਰੇਸ਼ਨ ਕਦੋਂ ਸ਼ੁਰੂ ਹੋਣੀ ਆ ਵਰਕ ਪਰਮਿਟ ਖੁੱਲ੍ਹ ਗਏ ਜਾਂ ਸਾਰਾ ਕੁਝ ਨੋਰਮਲ ਕਦੋਂ ਹੋਣਾ ਇਹਦੇ ਨਾਲ ਲੋਕ ਇਸ ਗੱਲ ਦੀ ਵੀ ਫਿਕਰ ਕਰਦੇ ਵੀ US ਦਾ ਬਾਰਡਰ ਕਦੋਂ ਖੁੱਲ੍ਹਦਾ ਕੋਈ ਇਹਦੇ ਬਾਰੇ ਟਾਈਮਲਾਈਨ ਜਾਂ ਅੰਦਾਜ਼ਾ ਹੋ ਸਕਦਾ ਜੀ ਦੇਖੋ ਜਿੰਨਾ ਚਿਰ ਜਿਹੜੇ ਕੰਟਰੀ ਨੇ ਆਉਣਾ ਜਿੱਥੋਂ ਵਿਅਕਤੀ ਨੇ ਤਾਂ ਸੋ US ਕਹਿ ਲਓ ਇੰਡੀਆ ਕਹਿ ਲਓ ਜਾਂ ਇੰਗਲੈਂਡ ਕਹਿ ਲਓ ਜਿੰਨਾ ਚਿਰ ਉੱਥੇ ਦੇ ਹਾਲਾਤ ਨਹੀਂ ਬੈਟਰ ਹੁੰਦੇ ਉਨਾ ਚਿਰ ਨਹੀਂ ਮੋਸਟ ਲਾਈਕਲੀ ਖੁੱਲ੍ਹਣਾ ਇਸੇ ਤਰ੍ਹਾਂ ਜਿੰਨਾ ਸਾਡੀ ਹਾਲਾਤ ਇੱਥੇ ਸਿਚੁਏਸ਼ਨ ਨਹੀਂ ਬੈਟਰ ਹੁੰਦੀ ਉਨਾ ਚਿਰ ਤੱਕ ਨਹੀਂ ਖੁੱਲ੍ਹਣਾ ਸੋ US 'ਚ ਇਸ ਵੇਲੇ ਕਾਫੀ ਮਾੜਾ ਹਾਲ ਆ ਬਾਈਡਨ ਉਹਨਾਂ ਦਾ ਵਾਅਦਾ ਕਿ ਉਹ ਕਾਫੀ ਸਟ੍ਰਿਕਟ ਮੈਜਰਸ ਫੈਡਰਲੀ ਇੰਪਲੀਮੈਂਟ ਕਰਕੇ ਕਰਨਗੇ ਜੇ ਉਹ ਕਰਨਗੇ ਤਾਂ ਉਹਨਾਂ ਇਫੈਕਟ ਰਿਡਿਊਸ ਹੋਊਗਾ ਤਾਂ ਉੱਥੇ ਵੀ ਵੈਕਸੀਨੇਸ਼ਨ ਫਾਸਟ ਹੋਊਗੀ ਫਿਰ ਇਵੈਂਚੁਅਲੀ ਬਾਰਡਰ ਖੁੱਲੂਗਾ ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਇਸ ਵੇਲੇ ਬਹੁਤ ਲਾਕਡਾਊਨ ਆ ਬਹੁਤ ਸੀਰੀਅਸ ਪ੍ਰੋਬਲਮ ਹੈਗੀ ਆ ਜਿੰਨੇ ਚਿਰ ਉਹ ਨਹੀਂ ਕੰਟਰੋਲ ਕਰਦੇ ਓਪਨ ਨਹੀਂ ਕਰਾਂਗੇ ਇੰਡੀਆ ਵੀ ਆ ਪਹਿਲੀ ਵਾਰੀ ਉਹਨੇ 20,000 ਤੋਂ ਲੈਸ ਕੋਵਿਡ ਕੇਸਿਸ ਦਿਹਾੜੀ ਦੇ ਆਇਡੈਂਟੀਫਾਈ ਕੀਤੇ ਆ ਉੱਥੇ ਵੀ ਕਾਫੀ ਵੈਸਟ ਆ ਸੋ ਆਈ ਥਿੰਕ ਸੇਫ ਹੀ ਆ ਅਜੇ ਤੱਕ ਜਿੰਨਾ ਚਿਰ ਅਸੀਂ ਨਾਨ ਅਸੈਂਸ਼ੀਅਲ ਟਰੈਵਲ ਨੂੰ ਅਵੋਇਡ ਕਰੀਏ ਬਹੁਤ ਲੋਕ ਹੈਗੇ ਆ ਕਈ ਸਪਾਊਸਸ ਵੀ ਸੈਪਰੇਟਡ ਹੈਗੇ ਆ ਇਹਦੇ ਕਾਰਨ ਸੋ ਹਰ ਇੱਕ ਚਾਹੁੰਦਾ ਕਿ ਆਪਣੇ ਪਿਆਰੇ ਨੂੰ ਅਸੀਂ ਮਿਲੀਏ ਜਾਂ ਕੇ ਕਲੋਜ਼ ਹੋਈਏ ਪਰ ਥੋੜ੍ਹਾ ਜਿਹਾ ਹੋਰ ਪੇਸ਼ੈਂਸ 4-5 ਮਹੀਨੇ ਰਹਿਣ ਤਾਂ ਬੈਟਰ ਹੈ ਆਈ ਥਿੰਕ ਫਿਰ ਉਹ ਤੋਂ ਬਾਅਦ ਆਊਟਲੁੱਕ ਬਹੁਤ ਪੋਜ਼ੀਟਿਵ ਹੋਊਗੀ ਤੇ ਲੋਕ ਜਿਹੜੇ ਆ ਇਮੀਗ੍ਰੇਸ਼ਨ ਬਾਰੇ ਵੀ ਖਾਸ ਤੌਰ ਤੇ ਚਿੰਤਤ ਆ ਵੀ
ਇੰਨੇ ਸਮੇਂ ਦੇ ਵਿੱਚ ਨਹੀਂ ਆ ਸਕੇ, ਇਹ ਹੁਣ ਆਉਣ ਵਾਲੇ ਸਮੇਂ 'ਚ ਜ਼ਿਆਦਾ ਆਉਣਗੇ? ਜਿਹੜੇ ਇੱਥੇ ਲੋਕ ਵਰਕ ਪਰਮਿਟ ਜਾਂ ਦੂਜੇ ਹੈਗੇ ਉਹ ਜ਼ਿਆਦਾ ਪੱਕੇ ਹੋਣਗੇ? ਕੁਛ ਇੱਦਾਂ ਦੀ ਤਬਦੀਲੀ ਹੋ ਸਕਦੀ ਹੈ ਜੀ? ਦੇਖੋ, ਪ੍ਰਾਈਮ ਮਿਨਿਸਟਰ ਨੇ ਜਿਹੜਾ ਮੈਂਡੇਟ ਲੈਟਰ ਦਿੱਤਾ ਮਿਸਟਰ ਮੈਂਡੋਚੀਨੋ ਇਮੀਗ੍ਰੇਸ਼ਨ ਮਿਨਿਸਟਰ ਨੂੰ, ਉਹਨੇ ਉਹਦੇ ਵਿੱਚ ਇਨਕਰੇਜ ਕੀਤਾ ਕਿ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਟੈਂਪਰੇਰੀ ਫੋਰਨ ਵਰਕਰ ਜਾਂ ਹੋਰ ਸਟੂਡੈਂਟ ਹੋਰ, ਇਹਨਾਂ ਨੂੰ ਹੋਰ ਸਹੂਲਤਾਂ ਦਿਓ ਤਾਂ ਕਿ PR ਹੋ ਸਕਣ। ਕਿਉਂਕਿ ਸਾਨੂੰ ਪਤਾ ਲਾਸਟ ਸਾਲ ਸਾਡੇ ਕੋਲ ਤਕਰੀਬਨ 1.5 ਲੱਖ ਸ਼ੋਰਟ ਇਮੀਗ੍ਰੈਂਟ ਹੋਏ, ਜਿੰਨਾ ਗੋਲ ਟਾਰਗੇਟ ਸੀਗਾ। ਉਹ ਅਸੀਂ ਐਡ ਔਨ ਇਸ ਸਾਲ ਤੇ ਅਗਲੇ ਸਾਲ ਤੋਂ ਉਸ ਤੋਂ ਅਗਲੇ ਸਾਲ 50,000 ਐਡ ਕਰਕੇ 4 ਲੱਖ ਇਸ ਸਾਲ ਹੋਊਗਾ, 4,10,000, 4,20,000 ਫੋਲੋਇੰਗ ਈਅਰ ਦੇ ਵਿੱਚ ਹੋਊਗਾ। ਉਹਦੇ ਨਾਲ ਗੋਲ ਲਿਆ ਕਿ ਇਮੀਗ੍ਰੇਸ਼ਨ ਅਸੀਂ ਪੂਰੇ ਕਰਾਂਗੇ ਜਿੰਨੇ ਸਾਨੂੰ ਚਾਹੀਦੇ ਆ। ਉਹ ਨਾਲ ਦੀ ਨਾਲ ਈਜ਼ੀਐਸਟ ਜਿਹੜਾ ਰੂਟ ਆ ਕਿ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਹੈਗੇ ਆ ਉਹਨਾਂ ਲਈ ਕਰੀਏ। ਪਰ ਜਦੋਂ ਅਸੀਂ ਉਹਨਾਂ ਦਾ ਗੱਲ ਕਰਦੇ, ਤੁਸੀਂ ਇਮੈਜਿਨ ਕਰ ਸਕਦੇ ਜਿਹੜੇ ਬਾਹਰ ਬੈਠੇ ਕੁਆਲੀਫਾਈ, ਉਹ ਕਹਿੰਦੇ ਸਾਡੀ ਵੀ ਨੰਬਰ, ਪਰ ਅਸੀਂ ਸਾਰਿਆਂ ਨੂੰ ਖੁਸ਼ ਕਰਨ ਦੀ, ਪਰ ਸਾਡਾ ਇੱਕ ਬਹੁਤ ਪਟੀਸ਼ਨਾਂ ਵੀ ਕਈਆਂ ਨੇ ਜ਼ਾਹਰ ਕੀਤੀਆਂ ਕਿ ਸਪੋਰਟ ਕਰੋ ਕਿ ਜਿਹੜੇ ਆਲਰੇਡੀ ਇੱਥੇ ਹੈਗੇ ਇਹਨਾਂ ਦਾ ਥੋੜ੍ਹਾ ਜਿਹਾ ਸਖਾਲਾ ਕਰਕੇ ਕਰੋ। ਸਾਡੀ ਗੋਲ ਹੈ ਕਿ ਜਿਹੜੇ ਉੱਥੇ ਆਲਰੇਡੀ ਕੈਨੇਡੀਅਨ ਵਰਕਰ ਆਏ ਆ ਜਾਂ ਸਟੂਡੈਂਟ ਆਏ ਆ, ਇਹਨਾਂ ਨੂੰ ਅਸੀਂ ਸਖਾਲੇ ਤੌਰ 'ਤੇ ਜਲਦੀ ਤੋਂ ਜਲਦੀ ਪਰਮਾਨੈਂਟ ਕਰੀਏ ਤਾਂ ਕਿ ਵਰਕਫੋਰਸ ਦੇ ਵਿੱਚ ਆਉਣ। ਜਿਹਨੇ ਖਾਸ ਕਰਕੇ 2, 3, 4 ਸਾਲ ਆਲਰੇਡੀ ਕੰਟਰੀਬਿਊਟ ਕੀਤਾ ਕੈਨੇਡਾ ਦੀ ਇਕਾਨਮੀ ਨੂੰ, ਟੈਕਸ ਦਿੰਦੇ ਆ ਰਹੇ ਆ, ਜਾਂ ਜਿਹੜੇ ਪੜ੍ਹੇ ਇੱਥੇ ਆ, ਕੰਮ ਵੀ ਕੀਤਾ, ਉਹ ਕੁਆਲੀਫਾਈ ਹੋ ਰਿਹਾ, ਉਹਨਾਂ ਵਾਸਤੇ ਜਿੰਨਾ ਵੱਧ ਤੋਂ ਵੱਧ ਸਖਾਲਾ ਕਰ ਸਕਦੇ ਆ ਅਸੀਂ ਕਰਾਂਗੇ। ਤੇ ਬਾਕੀ ਇਮੀਗ੍ਰੇਸ਼ਨ ਪਾਲਿਸੀ 'ਚ ਤਾਂ ਕੋਈ ਤਬਦੀਲੀ ਨਹੀਂ ਆਉਂਦੀ? ਜਿੱਦਾਂ ਜਿਹੜੇ ਪਹਿਲਾਂ ਆਉਂਦੇ ਸੀ, ਜਿੱਦਾਂ ਵਰਕ ਪਰਮਿਟ ਤੇ ਜਾਂ ਦੂਜੇ, ਉਹ ਆਉਂਦੇ ਰਹਿਣਗੇ ਬਾਅਦ ਦੇ ਵਿੱਚ ਜਦੋਂ ਹਾਲਾਤ ਨਾਰਮਲ ਹੋ ਜਾਂਦੇ ਜੀ? ਹਾਂਜੀ, ਦੇਖੋ, ਉਹ ਜਿਹੜੇ ਵਰਕ ਪਰਮਿਟ ਤੇ ਆਉਂਦੇ ਆ ਬੇਸਡ ਔਨ ਇਕਾਨਮੀ ਤੇ ਅਨਐਮਪਲੋਇਮੈਂਟ ਰੇਟ ਦੇ ਮੁਤਾਬਕ ਆਉਂਦੇ। ਸੋ ਹੁਣ ਵੀ ਜੇ ਦੇਖੋ ਜਿਹੜੀਆਂ ਇੰਡਸਟਰੀ 'ਚ ਹਜੇ ਵੀ ਸ਼ੋਰਟੇਜ ਆ, ਉਹਨਾਂ ਵਾਸਤੇ ਵਰਕ ਪਰਮਿਟ ਹੈਗੇ ਓਪਨ। ਜਿਨ੍ਹਾਂ ਵਾਸਤੇ ਇੰਡਸਟਰੀਆਂ ਦੇ ਵਿੱਚ ਚੇਂਜ ਹੋ ਗਿਆ, ਅਨਐਮਪਲੋਇਮੈਂਟ ਰੇਟ ਵੱਧ ਗਿਆ, ਕੈਨੇਡੀਅਨ ਆਲਰੇਡੀ ਟੋਲਡ ਹੈ, ਉਹਨਾਂ ਦੇ ਵਿੱਚ ਨਹੀਂ ਹੋਊਗਾ ਟੈਂਪਰੇਰੀ ਫੋਰਨ ਵਰਕਰ। ਸੋ ਇਹ ਪ੍ਰੋਗਰਾਮ ਡਿਜ਼ਾਈਨ ਕੀਤਾ ਗਿਆ ਸ਼ੋਰਟੇਜ ਨੂੰ ਦੇਖਦਿਆਂ ਹੋਇਆ। ਇਹ ਨਹੀਂ ਹੈਗਾ ਕਿ ਕੈਨੇਡੀਅਨ ਦੀ ਜੌਬ ਖੋਣ ਵਾਸਤੇ। ਸੋ ਜਿੱਥੇ ਕੈਨੇਡੀਅਨ ਆਲਰੇਡੀ ਰੈਡੀ ਆ ਵਰਕ ਕਰਨ ਨੂੰ ਜਾਂ ਵਿਹਲੇ ਆ ਉਹ ਕੰਮ ਕਰਨ ਨੂੰ ਸ਼ਾਹਵੰਦ ਹੈਗੇ ਆ, ਉਹਨਾਂ ਵਾਸਤੇ ਨਹੀਂ ਵਰਕ ਪਰਮਿਟ ਵਾਲਾ ਲਿਆਓਗੇ। ਜਿਹੜੇ ਇੰਡਸਟਰੀ ਦੇ ਵਿੱਚ ਸ਼ੋਰਟੇਜ ਆ ਜਾਂ ਗਰੋਥ ਆ ਜਾਂ ਲੋਕ ਕੈਨੇਡੀਅਨ ਨਹੀਂ ਉੱਤੇ ਵਿੱਚ ਕੰਮ ਕਰਨਾ ਮੰਗਦੇ, ਉਹ ਇੰਡਸਟਰੀਆਂ ਦੇ ਵਿੱਚ ਅਸੀਂ ਵਰਕ ਪਰਮਿਟ ਲੈ ਕੇ ਲਿਆਉਂਦੇ ਆ ਤਾਂ ਕਿ ਇਕਾਨਮੀ ਨੂੰ ਵੀ ਗਰੋ ਕਰੀਏ। ਔਰ ਉਹ ਫਿਰ ਜਦੋਂ ਕੰਟਰੀਬਿਊਟ ਕਰਕੇ ਓਵਰ ਟਾਈਮ ਗੋਲ ਲੈ ਕੇ ਉਹਨਾਂ ਨੂੰ ਫਿਰ ਪੱਕੇ ਕਰੀਏ ਜਿਹੜੇ ਜਿਨੀ ਆਲਰੇਡੀ ਕੰਟਰੀਬਿਊਟ ਕੀਤਾ ਔਰ ਉਹ ਕੰਮ ਕੀਤਾ ਜਿਹੜਾ ਕੈਨੇਡਾ ਨੂੰ ਲੋੜ ਹੈਗਾ। ਇਹ ਕੀ ਕੁਛ ਸਰਕਾਰ ਕੋਲੇ ਮਾਡਲਿੰਗ ਹੈਗੀ ਆ ਇਸ ਚੀਜ਼ ਬਾਰੇ ਕਿ ਹੁਣ ਤੀਜੀ ਵੇਵ ਆਉਣੀ ਆ, ਜਾਂ ਜਿਹੜੇ ਐਕਸਪਰਟ ਆ ਉਹ ਕੀ ਕਹਿੰਦੇ ਆ, ਜਾਂ ਸਮਰ ਦੇ ਵਿੱਚ ਕਾਫੀ ਠੀਕ ਹੋ ਜਾਊਗਾ, ਜਾਂ ਵੈਕਸੀਨੇਸ਼ਨ ਤੋਂ ਬਾਅਦ ਹੀ ਸਾਰਾ ਕੁਝ ਠੀਕ ਹੋਣਾ? ਕੋਈ ਪ੍ਰੋਜੈਕਸ਼ਨ ਕੋਈ ਇਹਦੇ ਬਾਰੇ ਸਰਕਾਰ ਕੋਲੇ ਹੈ ਜੀ? ਹਾਂਜੀ, ਸੋ ਡਾਕਟਰ ਟੈਮ ਤੇ ਜਿਹਨੇ ਪ੍ਰੋਵਿੰਸ਼ੀਅਲ ਹੈਲਥ ਅਥਾਰਟੀਜ਼ ਜਾਂ ਹੈਲਥ ਚੀਫ ਮੈਡੀਕਲ ਆਫਸਰ, ਇਹ ਉਹ ਮਾਡਲਿੰਗ ਬੇਸਡ ਔਨ ਡਾਟਾ ਜਿਹੜਾ ਮਿਲਿਆ, ਬੇਸਡ ਔਨ ਇੰਟਰਨੈਸ਼ਨਲ ਡਾਟਾ ਜਿਹੜਾ ਹੈਗਾ, ਬੇਸਡ ਔਨ ਕਿੰਨੇ ਇਨਫੈਕਸ਼ਨ ਰੇਟ ਆਪਣੇ ਹੋ ਰਿਹਾ, ਉਹਦੇ ਮੁਤਾਬਕ ਉਹ ਮਾਡਲਸ ਐਂਡ ਪ੍ਰੋਜੈਕਸ਼ਨਸ ਬਣਾ ਰਹੇ ਆ, ਉਹ ਪ੍ਰਪੇਅਰ ਕਰ ਰਿਹਾ। ਇਸ ਦੇ ਨਾਲ ਕਿੰਨੀਆਂ ਵੈਕਸੀਨੇਸ਼ਨ ਕਿੰਨਾ ਫਾਸਟ ਤੇ ਜਲਦੀ ਅਸੀਂ ਕਰਾਂਗੇ ਤੇ ਕਿੰਨੇ ਲੋਕ ਪਰਹੇਜ਼ ਕਰਾਂਗੇ, ਇਹਦਾ ਕੰਬੀਨੇਸ਼ਨ ਦੇ ਨਾਲ ਮਾਡਲਿੰਗ ਹੋਊਗੀ। ਆਸ ਹੈ ਕਿ ਜੇ ਅਸੀਂ ਆ ਪੀਕ ਨੂੰ ਅਸੀਂ ਸਲੋ ਡਾਊਨ ਕਰ ਲਈਏ, ਜਿੱਦਾਂ ਦੂਸਰੇ ਪਾਸੇ ਵੈਕਸੀਨੇਸ਼ਨ ਅਪ ਹੋ ਰਹੀਆਂ, ਤੇ ਜਿਹੜੇ ਆਉਣ ਵਾਲੇ ਸਪਰਿੰਗ ਦੇ ਐਂਡ ਤੱਕ ਇਹ ਜਿਹੜਾ ਆਪਾਂ ਪੀਕ ਦੇਖ ਰਹੇ ਹਾਂ, ਇਹ ਕੰਟਰੋਲ ਦੇ ਵਿੱਚ ਆ ਜਾਊਗਾ। ਤੇ ਸਰਾਜ ਸਾਹਿਬ, ਜਿਹੜੇ ਸਾਡੇ ਉੱਥੋਂ ਇਮੀਗ੍ਰੇਸ਼ਨ ਵਾਲੇ ਲੋਕ ਸੀਗੇ ਜਿਹੜੇ ਆਉਣਾ ਚਾਹੁੰਦੇ ਆ ਇੱਥੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ, ਉਹਨਾਂ ਦੀਆਂ ਇਨਕੁਆਇਰੀਜ਼ ਆਫਿਸ ਦੇ ਵਿੱਚ ਅਜੇ ਵੀ ਆ ਰਹੀਆਂ? ਲੋਕ ਆ ਰਹੇ ਆ ਜਾਂ ਫੋਨ ਤੇ ਹੋ ਰਿਹਾ? ਕਿਸ ਤਰ੍ਹਾਂ ਇਸ ਪੈਂਡੈਮਿਕ ਦੇ ਵਿੱਚ ਸਾਡੀ ਕਮਿਊਨਿਟੀ ਦੇ ਇਮੀਗ੍ਰੇਸ਼ਨ ਮਾਮਲਿਆਂ ਨਾਲ ਕੀ ਚੱਲ ਰਿਹਾ ਜੀ? ਸ਼ੋਰ, ਜਿਹੜੇ ਹੈਗੇ ਪਰਮਾਨੈਂਟ ਰੈਜ਼ੀਡੈਂਟਸ, ਜਿਵੇਂ ਕੇਸਿਸ ਸਪਾਊਸਸ ਦੇ ਹੈਗੇ ਆ, ਫੈਮਿਲੀ ਕੇਸਿਸ ਹੈਗੇ ਆ, ਉਹ ਪ੍ਰੋਸੈਸ ਹੋ ਰਿਹਾ, ਆਲਬੀਟ ਸਲੋਅਰ ਹੋ ਰਿਹਾ ਕਿਉਂਕਿ ਕੋਵਿਡ ਆ। ਸਾਡੇ ਕੈਨੇਡਾ ਦੇ ਦਫ਼ਤਰ ਵੀ ਫੁੱਲ ਕਪੈਸਿਟੀ ਤੇ ਨਹੀਂ, ਕਿਉਂਕਿ ਕੋਵਿਡ ਡਿਸਟੈਂਸਿੰਗ ਦੀ ਰਿਕੁਆਇਰਮੈਂਟ ਕਰਕੇ ਘਰੋਂ ਕਰਦੇ ਆ। ਜਿੱਥੇ ਉਹਨਾਂ ਨੂੰ ਬੈਕਗਰਾਊਂਡ ਇਨਫੋਰਮੇਸ਼ਨ, ਕ੍ਰਿਮੀਨਲ ਐਲੀਜੀਬਿਲਿਟੀ ਦੇਖਣੀ ਹੋਣੀ, ਜਿਹੜੀ ਹੋਸਟ ਕੰਟਰੀ ਜਿਵੇਂ ਇੰਡੀਆ ਲਾ ਲਓ ਜਾਂ ਪਾਕਿਸਤਾਨ ਲਾ ਲਓ, ਉੱਥੇ ਵੀ ਸਲੋ ਆ ਸਾਰਾ ਕੁਛ। ਉੱਥੇ ਵੀ ਕਈ ਹਾਈ ਕਮਿਸ਼ਨ 'ਚ ਨਹੀਂ ਪੂਰੀਆਂ ਸਟਾਫ ਆ ਰਿਹਾ। ਉੱਥੋਂ ਬਾਹਰ ਜਿਹੜਾ ਉਹਨੇ ਹੋਰ ਇਨਕੁਆਇਰੀ ਕਰਨੀ ਹੈ ਡਿਫਰੈਂਟ ਏਜੰਸੀ ਤੋਂ, ਉਹਨਾਂ ਦੇ ਮਹਿਕਮੇ ਵੀ ਕਈ ਥਾਂ 'ਤੇ ਬੰਦ ਆ। ਸੋ ਸਾਰੀ ਜਿਹੜੀ ਚੇਨ ਆਫ ਇਨਫੋਰਮੇਸ਼ਨ ਹੈ ਉਹ ਸਲੋ ਰਿਹਾ। ਸੋ ਜਿੱਥੇ ਅੱਗੇ ਅਸੀਂ ਸਪਾਊਸਲ
ਕੇਸ ਅਸੀਂ 10 ਤੋਂ 12 ਮਹੀਨਿਆਂ ਦੇ ਵਿੱਚ ਟਾਈਮ ਲੈ ਆਉਂਦਾ ਸੀ, ਉਹ ਹੁਣ 14 ਮਹੀਨਿਆਂ ਤੇ ਹੋ ਗਿਆ, ਕਿਉਂਕਿ ਨੈਚੁਰਲੀ ਉਹ ਪਾਰਟ ਸਲੋ, ਪਰ ਹੋ ਰਿਹਾ ਉਹ ਪ੍ਰੋਸੈਸ। ਪਰ ਉਹ ਡਿਫਰੈਂਟ ਵੈਰੀ ਕਰਦੇ, ਡਿਫਰੈਂਟ ਕੰਟਰੀਆਂ ਦੇ ਡਿਫਰੈਂਟ ਕੇਸ, ਈਵਨ ਡਿਫਰੈਂਟ ਸੂਬੇ ਵਿਦਿਨ ਅ ਕੰਟਰੀ ਦੇ ਵਿੱਚ ਵੀ ਫਰਕ ਪੈ ਜਾਂਦਾ। ਜਿੱਥੇ ਅਸੀਂ ਟੈਂਪਰੇਰੀ ਸਟੂਡੈਂਟ ਹੈਗੇ ਆ, ਉਹਨਾਂ ਦੇ ਕੇਸ ਹੋ ਰਹੇ ਆ, ਸੋ ਜਿਹੜੇ ਸਟੂਡੈਂਟਾਂ ਨੂੰ ਦਾਖਲਾ ਮਿਲਦਾ ਉਹਨਾਂ ਦੇ ਕੇਸ ਪ੍ਰੋਸੈਸ ਹੋ ਰਿਹਾ। ਟੈਂਪਰੇਰੀ ਫੋਰਨ ਵਰਕਰਾਂ ਦੇ ਕੇਸ ਜਿਹੜੇ ਅਸੈਂਸ਼ੀਅਲ ਆ, ਲੋੜ ਆ, ਉਹਨਾਂ ਦੇ ਪ੍ਰੋਸੈਸ ਹੋ ਰਿਹਾ। ਪਰ ਉੱਦਾਂ ਜਿਹੜੇ ਵਿਜ਼ਟਰ ਵੀਜ਼ੇ ਜਾਂ ਹੋਰ ਚੀਜ਼ਾਂ ਉਹ ਕਾਫੀ ਸਲੋਅਰ ਹੈਗੇ ਆ। ਸੋ ਜਿਹੜੇ ਉਹ ਨੋਰਮਲ PR ਕੇਸ ਉਹ ਹੋ ਰਿਹਾ, ਪਰ ਅਗੇਨ ਕਾਫੀ ਕਪੈਸਿਟੀ ਲਿਮਿਟੇਸ਼ਨ ਕਰਕੇ ਪ੍ਰੋਸੈਸ ਮੋਰ ਸਲੋਅਰ ਹੈਗਾ। ਉਹ ਜਿੱਦਾਂ ਅੱਗੇ ਫਾਸਟ ਸੀਗਾ ਉਹ ਸਪੀਡ 'ਤੇ ਨਹੀਂ। ਉਹ ਅਗੇਨ ਇਕੱਲਾ ਸਾਡੇ ਕੰਟਰੋਲ 'ਚ ਨਹੀਂ, ਉਹ ਕਈ ਬਹੁਤ ਬਾਹਰਲੀਆਂ ਏਜੰਸੀਆਂ ਦੇ ਕੰਟਰੋਲ ਦੇ ਵਿੱਚ ਹੈਗਾ। ਉਸ ਕੰਟਰੀ ਜਿੱਥੋਂ ਇਨਫੋਰਮੇਸ਼ਨ ਲੈਣੀ ਉਹਨਾਂ ਦੇ ਕੰਟਰੋਲ 'ਚ ਹੈਗਾ। ਸੋ ਕਈ ਫੈਕਟਰ ਹੁੰਦੇ, ਪਰ ਇਮੀਗ੍ਰੇਸ਼ਨ ਮਿਨਿਸਟਰ ਨੂੰ ਅਸੀਂ ਜਿੰਨੀ ਵਾਰੀ ਮਿਲੇ ਉਹਦਾ ਪੂਰਾ ਜ਼ੋਰ ਲੱਗ ਰਿਹਾ ਕਿ ਉਹਦਾ ਟਾਰਗੇਟ ਕਿ ਬਹੁਤ ਵੱਡਾ ਬਿਗੇਸਟ ਟਾਰਗੇਟ ਐਵਰ ਆ 4 ਲੱਖ ਦਾ, ਉਹਨੂੰ ਫੁਲਫਿਲ ਕਰਨ ਵਾਸਤੇ ਪੂਰਾ ਜ਼ੋਰ ਲਾ ਰਿਹਾ। ਇਮੀਗ੍ਰੇਸ਼ਨ ਦੇ ਵਿੱਚ ਸਾਡੀ ਬਹੁਤ ਸਾਰੇ ਜਿਹੜੇ ਕੰਸਰਨ ਹੁੰਦੇ ਆ ਸਾਡੇ ਲੋਕਾਂ ਦੇ। ਇੱਕ ਤਾਂ ਲੋਕ ਇਹ ਪੁੱਛ ਰਹੇ ਆ ਕਿ ਜਿਹੜੇ ਵਿਜ਼ਿਟਰ ਵੀਜ਼ਾ ਜਿਨ੍ਹਾਂ ਕੋਲ ਹੈਗਾ ਇੰਡੀਆ ਦੇ ਵਿੱਚ, ਕੀ ਉਹ ਇਹਨਾਂ ਦਿਨਾਂ ਦੇ ਵਿੱਚ ਟਰੈਵਲ ਕਰ ਸਕਦੇ? ਕੋਈ ਇਹਦੇ ਬਾਰੇ ਕਿਸ ਥਾਂ ਤੋਂ ਪਤਾ ਲੱਗ ਜਾਂਦਾ ਜੀ? ਸ਼ੋਰ। ਸੋ ਇਸ ਵੇਲੇ ਜਿਹੜੇ ਜਿਨ੍ਹਾਂ ਕੋਲ ਆਲਰੇਡੀ ਵੀਜ਼ਾ ਹੈਗਾ, ਕੋਈ ਵੀ ਕੈਨੇਡਾ ਆ ਨਹੀਂ ਸਕਦਾ ਟਰੈਵਲ ਐਗਜ਼ੈਂਪਸ਼ਨ ਤੋਂ ਬਗੈਰ। ਸੋ ਉਹਨਾਂ ਨੂੰ ਅਪਲਾਈ ਕਰਨਾ ਪਊਗਾ ਟਰੈਵਲ ਐਗਜ਼ੈਂਪਸ਼ਨ ਵਾਸਤੇ। ਉਹਦੀ ਸਾਈਟ 'ਤੇ ਜਾ ਕੇ ਰੀਜ਼ਨਿੰਗ ਦੱਸਣਾ ਪਊਗਾ। ਉਹਦੇ ਬਹੁਤ ਫਿਊ ਰੀਜ਼ਨਸ, ਲਿਮਿਟਡ ਰੀਜ਼ਨਸ ਹੈਗੇ ਆ। ਫੋਰ ਐਗਜ਼ਾਮਪਲ, ਜੇ ਤੁਸੀਂ ਆਪਣੇ ਮਦਰ ਫਾਦਰ ਤੋਂ ਦੂਰ ਰਹੇ, ਨਾਰਮਲੀ ਇਕੱਠੇ ਰਹਿੰਦੇ ਆ, ਤਾਂ ਹੁਣ 12-14 ਮਹੀਨੇ ਹੋ ਗਏ ਤੁਸੀਂ ਅਪਾਰਟ ਆ, ਉਹਨਾਂ ਨੂੰ ਫੈਮਿਲੀ ਰਿਯੂਨੀਫਿਕੇਸ਼ਨ ਦੇ ਅੰਡਰ ਆ ਸਕਦੇ ਆ। ਜਾਂ ਕੋਈ ਐਮਰਜੈਂਸੀ, ਕੋਈ ਭੀੜ ਤੇ ਸਿਚੁਏਸ਼ਨ 'ਚ ਜਾਂ ਫਿਊਨਰਲ ਅਟੈਂਡ ਕਰਨਾ, ਉਹ ਆ ਸਕਦਾ। ਇਹ ਰੀਅਲੀ 2-3 ਮੇਨ ਸਿਰਫ ਕੇਸ ਹੈਗੇ ਆ ਜਿਨ੍ਹਾਂ ਦੇ ਵਿੱਚ ਉਹ ਅਲਾਓ ਕਰ ਰਿਹਾ। ਅਦਰਵਾਈਜ਼ ਈਵਨ ਤੇ ਤੁਹਾਡੇ ਕੋਲ ਵੀਜ਼ਾ, ਸਾਰੇ ਵਰਲਡ ਨੂੰ ਜਿੰਨੇ ਵੀ ਵੀਜ਼ਾ ਹੋਲਡਰ ਸਾਰਿਆਂ ਨੂੰ ਇਹ ਬੈਨ ਹੈਗਾ ਕੈਨੇਡਾ ਆਉਣ ਨੂੰ, ਉਹ ਐਗਜ਼ੈਂਪਸ਼ਨ ਤੋਂ ਬਗੈਰ ਨਹੀਂ ਆ ਸਕਦੇ। ਤੇ ਸਰਾਜ ਸਾਹਿਬ, ਇਕੋਨਮੀ ਦੇ ਬਾਰੇ ਸਾਨੂੰ ਆਖਰ ਦੇ ਵਿੱਚ ਦੱਸਿਓ ਕਿ ਕੀ ਸੋਚਦੇ ਆ ਕਿ ਇਹ ਪੈਂਡੈਮਿਕ ਤੋਂ ਬਾਅਦ, ਜਿਹੜਾ ਮੈਂ ਪਹਿਲਾ ਸਵਾਲ ਵੀ ਕੀਤਾ ਸੀ, ਜਿੰਨਾ ਪੈਸਾ ਸਰਕਾਰ ਵੰਡ ਚੁੱਕੀ ਆ ਜਾਂ ਜਿੰਨੀ ਇਕੋਨਮੀ ਸਲੋ ਕਰ ਚੁੱਕੀ ਆ, ਜਿਹੜਾ ਇਹ ਵਾਇਰਸ ਸਲੋ ਕਰ ਚੁੱਕਿਆ, ਇਹਦੇ 'ਚੋਂ ਬਾਹਰ ਕੈਨੇਡਾ ਆ ਜਾਊਗਾ ਸੌਖਾ ਹੀ ਜਾਂ ਕੋਈ ਗੰਭੀਰ ਸੰਕਟ ਹੋਊਗਾ ਜੀ? ਦੇਖੋ, ਸੌਖਾ ਤਾਂ ਕੋਈ ਵੀ ਚੀਜ਼ ਨਹੀਂ ਕਹਿ ਸਕਦੇ, ਪਰ ਆਈ ਥਿੰਕ ਕੈਨੇਡੀਅਨ ਰੈਜ਼ੀਲੀਐਂਟ ਬਹੁਤ ਆ। ਉਹਨੀ ਪੈਂਡੈਮਿਕ ਦੇ ਵਿੱਚ ਵੀ ਕਾਫੀ ਸਟਰੋਂਗ ਰੱਖੀ ਇਕੋਨਮੀ। ਇਹਦੇ ਬਾਵਜੂਦ BC ਖਾਸ ਕਰਕੇ ਈਵਨ ਮੋਰ ਸਟਰੋਂਗਰ ਦੈਨ ਮੋਸਟ ਪ੍ਰੋਵਿੰਸਿਸ। ਕਈ ਇੰਡਸਟਰੀਆਂ ਨੂੰ ਲੌਂਗਰ ਟਾਈਮ ਲੱਗਣਾ, ਜਿਵੇਂ ਟੂਰਿਜ਼ਮ ਐਂਡ ਹੌਸਪਿਟੈਲਿਟੀ, ਇਹ ਸੈਕਟਰ ਨੂੰ ਔਖਾ ਹੋਣਾ। ਆਈ ਥਿੰਕ ਜਿਹੜਾ ਰੈਸਟੋਰੈਂਟ ਸੈਕਟਰ ਆ, ਜਿਹੜਾ ਕਿ ਸੈਕੰਡ ਮੋਸਟ ਹਿੱਟ ਆ, ਇਹ ਰਿਕਵਰ ਕਾਫੀ ਕਰ ਜਾਣਾ। ਕਈ ਚੀਜ਼ਾਂ ਜਿਹੜੀਆਂ ਕਿ ਅੱਗੇ 10 ਸਾਲ ਨੂੰ ਚੇਂਜ ਹੋਣੀਆਂ ਸੀਗੀਆਂ, ਉਹ ਇੱਕਦਮ 1 ਸਾਲ 'ਚ ਹੋ ਗਈਆਂ, ਜਿਵੇਂ ਵਰਕਿੰਗ ਫਰਮ ਹੋਮ ਜਾਂ ਇੱਦਾਂ ਦੇ। ਇਹਦੇ ਨਾਲ ਕਈ ਡਾਊਨਟਾਊਨ ਦੇ ਵਿੱਚ ਐਟਮੋਸਫੀਅਰ ਸ਼ਾਇਦ ਚੇਂਜ ਹੋਊਗਾ, ਕਿਵੇਂ ਕਿ ਲੋਕ ਵਰਕ ਕਰਦੇ ਆ। ਪਰ ਆਈ ਥਿੰਕ ਇਕੋਨਮੀ ਨੇ ਰੋਬਸਟਲੀ ਬੈਕ ਆਊਗੇ, ਕਿਉਂਕਿ ਫਾਈਨੈਂਸ਼ੀਅਲ ਹਿੱਟ ਉਨੀ ਨਹੀਂ ਹੋਈ, ਕਿਉਂਕਿ ਗਵਰਨਮੈਂਟ ਨੇ ਪਿੱਛੋਂ ਸਪੋਰਟ ਦਿੱਤੀ ਤਾਂ ਕਿ ਉਹਨਾਂ ਨੂੰ ਦੁਬਾਰਾ ਹਾਇਰ ਕਰਕੇ ਸਟਾਰਟ ਨਹੀਂ ਲੋਕਾਂ ਨੂੰ ਕਰਨਾ ਪੈਣਾ। ਉਹਨਾਂ ਦੇ ਵਰਕ ਆਲਰੇਡੀ ਈਵਨ ਜੇ ਕੰਮ ਘੱਟ ਹੀ ਆ, ਉਹਨਾਂ ਨੂੰ ਬਿਜ਼ਨਸ ਬੈਂਕਰਪਟ ਹੋਣ ਤੋਂ ਬਾਅਦ ਲੈ ਕੇ ਨਵੇਂ ਖੋਲ੍ਹਣੇ ਨਹੀਂ ਪੈਣੇ। ਮੋਸਟਲੀ ਬਿਜ਼ਨਸ ਚੰਗੇ ਚੱਲ ਰਹੇ ਆ, ਸੋ ਉਹਨਾਂ ਨੂੰ ਆਲਰੇਡੀ 60 km/h ਤੇ ਚੱਲ ਰਿਹਾ, 100 ਤੱਕ ਉਹਨੀ ਚੌਥਾ ਗੀਅਰ ਪਾਉਣਾ ਤਾਂ ਉਹਨੀ ਛੇਤੀ ਫਾਇਰ ਆਫ ਹੋ ਜਾਣਾ। ਇਹ ਨਹੀਂ ਕਿ ਉਹਨੀ ਫਰਮ ਸਕਰੈਚ ਸਟਾਰਟ ਹੋਣਾ। ਸੋ ਆਈ ਥਿੰਕ ਇਹ ਚੀਜ਼ਾਂ ਦੇਖਦੇ ਹੋਇਆ ਕੈਨੇਡਾ ਦੀ ਇਕੋਨਮੀ ਕਾਫੀ ਰੈਜ਼ੀਲੀਐਂਟ ਆ। ਜਿੰਨੇ ਵੀ ਵਰਲਡ ਇਕੋਨਮਿਸਟ ਹੈਗੇ ਜਾਂ ਦੇਖਦੇ ਆ, ਉਹ ਇਹੀ ਪ੍ਰੈਡਿਕਟ ਕਰਦੇ ਕਿ ਕੈਨੇਡਾ ਕਾਫੀ ਸਟਰੋਂਗਲੀ ਬੈਕ ਹੋਊਗਾ। ਜੇ ਆਪਾਂ ਰੀਅਲ ਏਸਟੇਟ ਮਾਰਕੀਟ ਵੀ ਕਹਿੰਦੇ ਆ, ਅੱਗੇ ਆਲਵੇਜ਼ ਆਫਸ਼ੋਰ ਕਹਿੰਦੇ ਸੀਗੇ ਸਾਡੇ ਜੀ, ਏਸ਼ੀਆ ਤੋਂ ਬਹੁਤ ਲੋਕ ਆ ਰਹੇ ਆ, ਉਹਦੇ ਕਰਕੇ ਮਾਰਕੀਟ ਹੁਣ ਏਸ਼ੀਆ ਦਾ ਵੀ ਨਹੀਂ ਕੋ ਰਿਹਾ, ਡੋਮੈਸਟਿਕ ਹੀ ਮਾਰਕੀਟ ਬਹੁਤ ਸਟਰੋਂਗ ਆ। ਔਰ ਇਹ ਗਾਂ ਆਉਣ ਵਾਲੇ ਟਾਈਮ 'ਚ ਮੈਂ ਕਈ ਬਿਲਡਰਾਂ ਨਾਲ ਵੀ ਗੱਲ ਕੀਤੀ, ਡਿਵੈਲਪ, ਉਹ ਕਹਿੰਦੇ ਲਾਸਟ 2020 ਸਾਡਾ ਸਟਰੋਂਗੈਸਟ ਈਅਰ ਰਿਹਾ ਨਿਊ ਕੰਸਟਰਕਸ਼ਨ ਦੇ ਵਿੱਚ। ਪਰ ਸਟਾਰਟਰ ਫੈਮਲੀ ਵਾਲੇ ਮਿਡ ਸਾਈਜ਼, ਜਿਹੜੇ ਉਹ ਲਗਜ਼ਰੀ ਘਰ ਅੱਗੇ ਏਸ਼ੀਅਨ ਬਾਇਰ ਸੀ, ਉਹ ਘੱਟ ਆ। ਪਰ ਜਿਹੜੇ ਐਕਚੁਅਲ ਐਵਰੀਡੇ ਕੈਨੇਡੀਅਨ ਵਾਸਤੇ ਹਾਊਸਿੰਗ ਮਾਰਕੀਟ ਹੈ, ਉਹ ਬੜੀ ਸਟਰੋਂਗ ਰਹੀ 2020 ਦੇ ਵਿੱਚ। ਔਰ ਉਹ ਇੰਡੀਕੇਟ ਕਰਦੀ ਹੈ ਕਿ ਆਈ ਥਿੰਕ ਓਵਰਆਲ ਕੌਨਫੀਡੈਂਸ, ਕਿ ਲੋਕ ਬੰਦਾ ਘਰ ਉਦੋਂ ਹੀ ਲੈਂਦਾ ਜਿਹਦੇ ਕੋਲ ਯਕੀਨ ਹੈਗਾ, ਕੌਨਫੀਡੈਂਸ ਹੈਗਾ ਕਿ ਇਕੋਨਮੀ ਠੀਕ ਹੋਣੀ। ਉਹਦੇ ਸਾਈਨਸ ਬਹੁਤ ਪੋਜ਼ਿਟਿਵ ਆ। ਸਰਾਜ ਸਾਹਿਬ, ਤੁਸੀਂ ਸਮਾਂ ਕੱਢਿਆ, ਸਾਡੇ ਸੱਦੇ 'ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਤੁਹਾਡੇ ਸ਼ੋਅ ਦਾ ਔਰ ਤੁਹਾਡੇ ਚੈਨਲ ਦਾ ਸ਼ੁਕਰੀਆ ਜੀ। ਦੋਸਤੋ, ਸਰਦਾਰ ਰਣਦੀਪ ਸਿੰਘ ਸਰਾਜ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਜਿਹੜੇ ਸਾਡੇ ਕੰਸਰਨ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਬੁਲਾ ਕੇ ਉਹਨਾਂ ਕੋਲੋਂ ਇਹ ਗੱਲਾਂ ਬਾਤਾਂ ਪੁੱਛਦੇ ਰਹਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ।
अलविदा दोस्तों। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।